ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪੰਜਵਾ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਹਿ ਦਿਖਾਇਆ ਥਾ। ਅਨਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂੰ ਜਾਇਆ ਥਾ। ਬਾਹਰ ਢੂੰਡਣ ਤੇ ਛੂਟ ਪਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਬਾਹਰ ਢੂੰਡਣ ਤੇ ਛੂਟ ਪਰੇ। ਉਦੋਂ ਤੋਂ ਬਾਹਰ ਜੰਗਲਾਂ ਦੇ ਵਿੱਚ ਜਾਂ ਬਾਹਰਮੁਖੀ ਲੱਭਣ ਤੋਂ ਛੁੱਟ ਪਏ, ਛੁੱਟ ਗਏ ਹਾਂ। ਗੁਰ ਘਰ ਹੀ ਮਹਿ ਦਿਖਾਇਆ ਥਾ। ਜਦੋਂ ਸਤਿਗੁਰਾਂ ਨੇ ਹਿਰਦੇ ਸਤ ਸੰਗਤ ਰੂਪੀ ਘਰ ਦੇ ਵਿੱਚ ਹੀ ਸੱਚ ਸਰੂਪ ਨੂੰ ਦਿਖਾਉਣਾ ਕੀਤਾ ਹੈ, ਤਦੋਂ ਤੋਂ ਬਾਹਰ ਸੰਸਾਰ ਵਿੱਚ ਲੱਭਣ ਤੋਂ ਛੁੱਟ ਗਏ ਹਾਂ। ਸਤਿਗੁਰੂ ਜੀ ਨੇ ਸਮਝਾ ਦਿੱਤਾ, ਕਾਹੀ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ ਰਹਾਉ। ਪੋਹਪ ਮਦ ਜਿਉ ਬਾਸ ਵਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਹੈ, ਵਸੀ ਰਬ ਹਿਆਲੀਐ, ਜੰਗਲ ਕਿਆ ਟੂੜੇ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੀ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਇੰਜ ਸਤਿਗੁਰਾਂ ਨੇ ਸਿੱਖਿਆ ਬਖਸ਼ੀ ਤਾਂ ਬਾਹਰੋਂ ਲੱਭਣ ਤੋਂ ਥੱਕ ਗਏ, ਹਟ ਗਏ, ਛੁੱਟ ਗਏ ਅਤੇ ਗੁਰੂ ਸਾਹਿਬ ਨੇ ਹਿਰਦੇ ਘਰ ਰੂਪੀ ਸਤ ਸੰਗਤ ਰੂਪੀ ਘਰ ਦੇ ਵਿੱਚ, ਗੁਰੂ ਘਰ ਇਸ ਘਰ ਦੇ ਵਿੱਚ ਹੀ
ਮਹਾਰਾਜ ਦਾ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ, ਇਹਨਾਂ ਵਿੱਚੋਂ ਹੀ ਪ੍ਰਕਾਸ਼ ਦਿਖਾ ਦਿੱਤਾ ਹੈ। ਅਨਪਉ ਅਚਰਜ ਰੂਪ ਪ੍ਰਭ ਪੇਖਿਆ, ਜਦੋਂ ਦਾ ਸਵੈ ਪ੍ਰਕਾਸ਼ ਰੂਪ ਅਤੇ ਅਚਰਜ ਵਿਸਮਾਦ ਰੂਪ ਪਰਮੇਸ਼ਰ ਵੇਖ ਲਿਆ ਹੈ। ਮੇਰਾ ਮਨ ਤਦੋਂ ਦਾ ਜਿਹੜਾ ਸਾਡਾ ਮਨ, ਸਾਡਾ ਚਿੱਤ ਹੈ, ਛੋੜਨ ਕਤਹੂ ਜਾਇਆ ਥਾ, ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਵੀ ਪਾਸੇ ਨਹੀਂ ਜਾਂਦਾ ਹੈ। ਨਾ ਹੀ ਪਹਿਲਾਂ ਜਾਂਦਾ ਸੀ, ਨਾ ਹੀ ਹੁਣ ਜਾਂਦਾ ਹੈ, ਨਾ ਹੀ ਅੱਗੇ ਨੂੰ ਜਾਵੇਗਾ। ਮਾਨਕ ਪਾਇਓ ਰੇ ਪਾਇਓ, ਇਹ ਭਾਈ ਪਹਿਲਾਂ ਗੁਰਾਂ ਤੋਂ ਸ਼੍ਰਵਣ ਮੰਨਣ ਨਿਧਿਆਸਨ ਨੂੰ ਮਾਨਕ ਨੂੰ ਪਾਇਆ, ਔਰ ਫਿਰ ਅਪਰੋ ਗਿਆਨ ਨੂੰ ਪਾਇਆ ਹੈ। ਹਰ ਪੂਰਾ ਪਾਇਆ ਥਾ, ਔਰ ਅਪਰੋ ਗਿਆਨ ਦੀ ਪ੍ਰਾਪਤੀ ਕਰਕੇ ਪੂਰਨ ਹਰੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਮਾਨਕ ਪਾਇਓ ਰੇ ਪਾਇਓ, ਜਿਵੇਂ ਪਿਛਲੇ ਭਗਤਾਂ ਨੇ ਪਾਉਣੇ ਯੋਗ ਮਾਨਕ ਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਸੀ, ਤਿਵੇਂ ਅਸੀਂ ਵੀ ਪੂਰਨ ਪਰਮੇਸ਼ਰ ਨੂੰ ਗੁਰਾਂ ਦੁਆਰਾ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਮਾਨਕ ਪਾਇਓ ਰੇ ਪਾਇਓ, ਜਿਨ੍ਹਾਂ ਮਹਾਤਮਾ ਜਿਨ੍ਹਾਂ ਨੇ ਪਾਉਣੇ ਯੋਗ ਦੇ ਮਾਨਕ ਵਤ ਸ਼ੁੱਧ ਪੂਰਨ ਹਰੀ ਨੂੰ ਪਾਉਣਾ ਕੀਤਾ ਹੈ, ਤਿਨਾਂ ਮਹਾਤਮਾ ਦੁਆਰਾ ਹਰ ਪੂਰਾ ਪਾਇਆ ਥਾ, ਅਸਾਂ ਨੇ ਪੂਰੇ ਹਰੀ ਨੂੰ ਪਾਉਣਾ ਕੀਤਾ ਹੈ। ਮੋਲ ਅਮੋਲ ਨਾ ਪਾਇਆ ਜਾਈ, ਜੋ ਮੁੱਲ ਤੋਂ ਵੀ ਅਮੋਲਕ ਹੈ, ਜਾਂ ਜੋ ਅਮੋਲਕ ਪਰਮੇਸ਼ਰ ਕਿਸੇ ਵੀ ਮੁੱਲ ਕਰਕੇ ਪਾਇਆ ਨਹੀਂ ਜਾਂਦਾ ਹੈ। ਕਰ ਕਿਰਪਾ ਗੁਰੂ ਦਿਵਾਇਆ ਥਾ, ਜਿਸ ਅਮੋਲਕ ਪਰਮੇਸ਼ਰ ਦਾ ਕਿਸੇ ਪਾਸੋਂ ਵੀ ਮੁੱਲ ਨਹੀਂ ਪਾਇਆ ਜਾਂਦਾ, ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਮੈਨੂੰ ਦਿਵਾਉਣਾ ਕੀਤਾ ਕੀਤਾ ਸੀ, ਕੀਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਅਦਿਸ਼ਟਿਆ ਗੋਚਰ ਪਾਰ ਬ੍ਰਹਮ, ਜੋ ਆਪ ਦਿਸਣ ਤੋਂ ਰਹਿਤ ਹੈ, ਭਾਵ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ, ਅਗੋਚਰ ਇੰਦਰੀਆਂ ਦੀ ਅਵਿਸ਼ੇ ਹੈ, ਅਤੇ ਪਾਪਾ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਹੈ। ਮਿਲ ਸਾਧੂ ਅਕਥ ਕਥਾਇਆ ਥਾ, ਉਸ ਕਥਨ ਤੋਂ ਰਹਿਤ ਸੱਚ ਸਰੂਪ ਪਰਮੇਸ਼ਰ ਨੂੰ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲਣੇ ਕਰਕੇ ਗੁਰਾਂ ਨੇ ਕਥਨ ਕਰਵਾਇਆ ਹੈ। ਜਾਂ ਪਾਸ਼ਾ ਫਰਮਾਉਂਦੇ ਨੇ, ਮਿਲ ਸਾਧੂ ਅਕਥ ਕਥਾਇਆ ਥਾ, ਉਸ ਅਕਥ ਸਰੂਪ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਅਸਾਂ ਜਗਿਆਸੂਆਂ ਨੇ ਕਥਨ ਕੀਤਾ ਹੈ। ਅਨਹਦ ਸ਼ਬਦ ਦਸਮ ਦਵਾਰ ਵਜਿਓ, ਦਸਵੇਂ ਦੁਆਰ ਵਿੱਚ ਹੱਦ ਤੋਂ ਰਹਿਤ ਸੰਗਿਆਂ ਵਾਲਾ ਸ਼ਬਦ ਕਹੀਏ, ਆਵਾਜ਼ ਇਹ ਵੱਜ ਆਈ ਹੈ, ਸ਼ਬਦ ਆਵਾਜ਼ ਵਾਲਾ ਵਾਜਾ ਆਇਆ ਹੈ। ਤਹ ਅੰਮ੍ਰਿਤ ਨਾਮ ਚੁਆਇਆ ਥਾ, ਉਥੇ ਦਸਵੇਂ ਦੁਆਰ ਵਿੱਚ ਨਾਮ ਜਪ ਕੇ ਜੋਗਾਨੰਦ ਰੂਪ ਅੰਮ੍ਰਿਤ ਚਵਾਉਣਾ ਕੀਤਾ ਹੈ। ਇਸੇ ਪ੍ਰਕਾਰ ਅਨਹਦ ਸ਼ਬਦ ਦਸਮ ਦਵਾਰ ਵਜਿਓ, ਜਿੱਥੇ 5 ਸ਼ੁਭ ਗੁਣ ਸਤ ਸੰਦੋਖ ਦਇਆ ਧਰਮ ਵਿਚਾਰ
ਅਤੇ ਪੰਜੇ ਤੱਤਾਂ ਦੀ ਧਾਰਨਾ ਆਦਿਕ ਇਹਨਾਂ ਦਸਾਂ ਦਾ ਸਾਧ ਸੰਗਤ ਰੂਪ ਦੁਆਰੇ ਵਿੱਚ ਅਨਹਦ ਇੱਕ ਰਸ ਸ਼ਬਦ ਦਾ ਅਰਥ ਹੈ ਬ੍ਰਹਮ ਦੀ ਪ੍ਰਾਪਤੀ ਵਾਲਾ ਉਪਦੇਸ਼ ਵਜਿਓ ਵੱਜਦਾ ਕਥਨ ਕੀਤਾ ਹੁੰਦਾ ਹੈ। ਤਹ ਅੰਮ੍ਰਿਤ ਨਾਮ ਚੁਆਇਆ ਥਾ। ਉਥੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨੇ ਵਾਲਾ ਅਮਰ ਕਰਨ ਵਾਲਾ ਨਾਮ ਗੁਰਾਂ ਨੇ ਹਿਰਦੇ ਰੂਪੀ ਮੁਖ ਦੇ ਵਿੱਚ ਚੁਵਾਉਣਾ ਕੀਤਾ ਹੈ। ਇਸੇ ਪ੍ਰਕਾਰ ਅਨਹਦ ਸ਼ਬਦ ਦਸਮ ਦਵਾਰ ਵਜਿਓ। ਜਦੋਂ ਸਾਰੇ ਦੁਆਰਿਆਂ ਦੇ ਅੰਦਰ ਅਨਹਦ ਇੱਕ ਰਸ ਦਸਮ ਚੇਤਨ ਸ਼ਬਦ ਬ੍ਰਹਮ ਵਜਿਓ ਪ੍ਰਗਟ ਹੋਇਆ ਹੈ। ਤਹ ਅੰਮ੍ਰਿਤ ਨਾਮ ਚੁਆਇਆ ਥਾ। ਤਦੋਂ ਉਥੇ ਨਾਮ ਅੰਮ੍ਰਿਤ ਕਰਕੇ ਬ੍ਰਹਮਾਨੰਦ ਰੂਪੀ ਰਸ ਗੁਰਾਂ ਨੇ ਚਵਾਉਣਾ ਕੀਤਾ ਹੈ। ਜਾਂ ਪਾਸ਼ਾ ਜੀ ਫਰਮਾਨ ਕਰਦੇ ਨੇ ਤਹ ਅੰਮ੍ਰਿਤ ਨਾਮ ਚੁਆਇਆ ਥਾ। ਉਥੇ ਬ੍ਰਹਮਾਕਾਰ ਬਿਰਤੀ ਵਿੱਚ ਬ੍ਰਹਮਾਨੰਦ ਰੂਪੀ ਰਸ ਚਵਾਉਣਾ ਕੀਤਾ। ਭਾਵ ਬ੍ਰਹਮਾਨੰਦ ਪ੍ਰਗਟ ਹੋਇਆ ਹੈ। ਇਸੇ ਪ੍ਰਕਾਰ ਤਹ ਅੰਮ੍ਰਿਤ ਨਾਮ ਚੁਆਇਆ ਥਾ। ਜਦੋਂ ਦਾ ਉਥੇ ਸਤਸੰਗਤ ਦੇ ਵਿੱਚ ਗੁਰਾਂ ਨੇ ਨਾਮ ਅੰਮ੍ਰਿਤ ਅੰਤਕਰਨ ਰੂਪੀ ਮੁਖੜੀ ਵਿੱਚ ਚਵਾਉਣਾ ਕੀਤਾ ਹੈ। ਤਦੋਂ ਦਾ ਅਨਹਦ ਸ਼ਬਦ ਸੱਸਾ ਇਹ ਬਿੰਦੀ ਤੋਂ ਬਗੈਰ ਹੀ ਬੋਲਣਾ ਚਾਹੀਦਾ, ਕਿਉਂਕਿ ਜੇ ਬਿੰਦੀ ਹੋਵੇ ਤਾਂ ਹੀ ਆਪਾਂ ਸ਼ਬਦ ਕਹਿ ਸਕਦੇ ਹਾਂ। ਤੋ ਇਸ ਲਈ ਸਤਿਗੁਰੂ ਜੀ ਨੇ ਬਿੰਦੀ ਤੋਂ ਬਗੈਰ ਸ਼ਬਦ ਅੱਖਰ ਲਿਖਿਆ ਹੈ। ਅਨਹਦ ਸ਼ਬਦ ਦਸਮ ਦੁਆਰ ਵਜਿਓ। ਤਦੋਂ ਦਾ ਦਸਵਾਂ ਸਰੂਪ ਜੋ ਸ਼ਬਦ ਬ੍ਰਹਮ ਇਹ ਹੱਦ ਤੋਂ ਰਹਿਤ ਵਜਿਓ ਦਾ ਅਰਥ ਪ੍ਰਗਟ ਹੋਇਆ ਹੈ। ਟੋਟ ਨਾਹੀ ਮਨ ਤ੍ਰਿਸ਼ਨਾ ਬੂਝੀ। ਉਸ ਆਨੰਦ ਦਾ ਘਾਟਾ ਨਹੀਂ ਹੈ। ਮਨ ਦੀ ਸਾਰੀ ਤ੍ਰਿਸ਼ਨਾ ਬੁਝ ਗਈ, ਨਿਵਰਤ ਹੋ ਗਈ ਹੈ। ਅਖੁੱਟ ਭੰਡਾਰ ਸਮਾਇਆ ਥਾ। ਕਿਉਂਕਿ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੋਕੇ ਨਾ ਮੁੱਕਣ ਵਾਲਾ ਬ੍ਰਹਮ ਗਿਆਨ ਦਾ ਜੋ ਭੰਡਾਰ ਖਜ਼ਾਨਾ ਇਹ ਮਨ ਵਿੱਚ ਸਮਾ ਗਿਆ ਹੈ। ਚਰਨ 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 ਗੁਰ ਸੇਵੇ। ਜਦ ਗੁਰੂ ਸਾਹਿਬ ਜੀ ਦੇ ਚਰਨ ਮਨ ਕਰਕੇ ਸੇਵਨਾ ਕੀਤੇ, ਗੁਰੂ ਸਾਹਿਬ ਜੀ ਦੇ ਚਰਨ ਤਨ ਕਰਕੇ ਸੇਵਨਾ ਕੀਤੇ ਅਤੇ ਗੁਰੂ ਸਾਹਿਬ ਜੀ ਦੇ ਚਰਨ ਬਾਣੀ ਕਰਕੇ ਸੇਵਨਾ ਕੀਤੇ। ਅਗੜ ਗੜਿਓ ਰਸ ਪਾਇਆ ਥਾ। ਤਾਂ ਜੋ ਘੜਨ ਤੋਂ ਰਹਿਤ ਮਨ ਇਹ ਘੜਿਆ ਨਹੀਂ ਸੀ ਜਾਂਦਾ, ਸ਼ੁਭ ਗੁਣਾਂ ਦੀ ਘਾਟ ਦੇ ਨਾਲ ਘੜਿਆ ਗਿਆ ਅਤੇ ਪ੍ਰਭੂ ਪ੍ਰਾਪਤੀ ਵਾਲਾ ਰਸ ਪ੍ਰੇਮ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਚਰਨ 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 ਗੁਰ ਸੇਵੇ। ਚਰਨਾਂ ਦੇ ਵਿੱਚੋਂ ਚਰਨ ਪੂਜਨੀਕ ਸਤਿਗੁਰਾਂ ਦੇ ਚਰਨ ਸੇਵਨਾ ਕੀਤੇ ਹਨ। ਜਾਂ ਜਿਹੜੇ ਸਤਿਗੁਰਾਂ ਦੇ ਚਰਨ ਸ੍ਰੇਸ਼ਟਾਚਾਰ ਦੇ ਵਿੱਚ ਚਰਨ ਵਿਚਰਨ ਵਾਲੇ ਹਨ, ਉਹਨਾਂ ਸਤਿਗੁਰਾਂ ਦੇ ਚਰਨਾਂ ਨੂੰ ਸੇਵਨਾ ਕੀਤਾ ਹੈ। ਜਾਂ ਜੋ ਸਤਿਗੁਰੂ ਸਾਹਿਬ ਜੀ ਚਰਨ ਪੂਜਨੀਕ ਚਰਨ ਸ੍ਰੇਸ਼ਟਾਚਾਰ ਨੂੰ ਦੇਣ ਵਾਲੇ ਨੇ ਜਾਂ ਚਰਨ ਅਧਿਸ਼ਠਾਨ ਸਰੂਪ ਹਨ, ਉਹਨਾਂ ਚਰਨਾਂ ਨੂੰ ਸੇਵਨਾ ਕੀਤਾ ਹੈ। ਆਗੜ ਕੜਿਓ ਰਸ ਪਾਇਆ ਥਾ। ਅਤੇ ਕਿਸੇ ਵੀ ਸਾਧਨ ਨਾਲ ਨਾ ਕੜੇ ਜਾਣ ਵਾਲੇ ਮਨ ਨੂੰ ਗੁਰੂ ਉਪਦੇਸ਼ ਦੁਆਰਾ ਕਰ ਲਿਆ ਹੈ ਅਤੇ ਬ੍ਰਹਮਾਨੰਦ ਰੂਪ ਰਸ ਨੂੰ ਪਾ ਲਿਆ ਹੈ। ਸਹਿਜੇ ਆਵੈ ਸਹਿਜੇ ਜਾਵਾ। ਹੁਣ ਮਨ ਸਹਿਜੇ ਆਵਾ ਸੁਤੇ ਸਿੱਧੀ ਆਉਂਦਾ ਹੈ
ਤੇ ਸਹਿਜੇ ਜਾਵਾ ਸੋ ਤੇ ਸਿੱਧ ਹੀ ਜਾਂਦਾ ਹੈ। ਇਸੇ ਪ੍ਰਕਾਰ ਸਹਿਜੇ ਆਵਾ ਸਹਿਜੇ ਜਾਵਾ। ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਮਨ ਸੁਤੇ ਸਿੱਧ ਹੀ ਸਹਿਜੇ ਗਿਆਨ ਦੀ ਪ੍ਰਾਪਤੀ ਵਾਸਤੇ ਆਉਂਦਾ ਹੈ ਅਤੇ ਸਹਿਜੇ ਗਿਆਨ ਦੀ ਪ੍ਰਾਪਤੀ ਕਰਕੇ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਸਹਿਜੇ ਮਨ ਖਿਲਾਇਆ ਥਾ। ਇਸ ਪ੍ਰਕਾਰ ਸਹਿਜੇ ਗਿਆਨ ਸਰੂਪ ਦੀ ਪ੍ਰਾਪਤੀ ਕਰਕੇ ਮਨ ਪ੍ਰੇਮ ਦੀ ਖੇਲ ਵਿੱਚ ਖਿਲਾਉਣਾ ਕੀਤਾ ਹੈ। ਕਹੋ ਨਾਨਕ ਪਰਮ ਗੁਰ ਖੋਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਦੋਂ ਗੁਰਾਂ ਨੇ ਬ੍ਰਹਮ ਗਿਆਨ ਦਾ ਹਿਰਦੇ ਵਿੱਚ ਪ੍ਰਕਾਸ਼ ਕਰਕੇ ਅੰਦਰੋਂ ਸਰੂਪ ਦਾ ਪਰਮ ਖੋ ਦਿੱਤਾ, ਮੇਟ ਦਿੱਤਾ। ਤਹ ਹਰ ਮਹਲੀ ਤਾਂ ਹਰ ਮਹਲੀ ਮਹਲ ਪਾਇਆ ਥਾ। ਤਾਂ ਭਾਵ ਤਦੋਂ ਦਾ ਸਾਰੇ ਸਰੀਰਾਂ ਰੂਪੀ ਮਹਿਲਾਂ ਦੇ ਅੰਦਰ ਵਿਆਪਕ ਹਰੀ ਪਰਮੇਸ਼ਰ ਦਾ ਤੁਰਿਆ ਪਦ ਰੂਪੀ ਮਹਿਲ ਸਰੂਪ ਇਹ ਪਾ ਲਿਆ ਹੈ। ਜਾਂ ਮਹਿਲਾਂ ਦੇ ਮਾਲਕ ਪਰਮੇਸ਼ਰ ਦਾ ਸੱਚ ਸਰੂਪ ਰੂਪ ਮਹਿਲ ਪਾ ਲਿਆ ਹੈ। ਮਾਰੂ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਾਰੂ ਰਾਗ ਵਿੱਚ ਸ਼ੋ ਪਾਵਨ ਫਰਮਾਨ ਕਰਦੇ ਨੇ। ਜਿਸ ਹੈ ਸਾਜਨ ਵਾਜਿਆ। ਜਿਸ ਵਾਹਿਗੁਰੂ ਨੇ ਪੰਜਾਂ ਤੱਤਾਂ ਦੁਆਰਾ ਤੇਰੇ ਸਥੂਲ ਸਰੀਰ ਨੂੰ ਸਾਜ ਕੇ ਨਿਵਾਜਿਆ ਵਡਿਆਇਆ ਹੈ। ਇਸੇ ਪ੍ਰਕਾਰ ਜਿਸ ਹੈ ਸਾਜਨ ਵਾਜਿਆ। ਸੋ ਜਿਸ ਵਾਹਿਗੁਰੂ ਨੇ ਪੰਜ ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਨੂੰ ਸਾਜ ਕੇ ਵਡਿਆਇਆ ਪਾ ਪਾਲਣਾ ਕੀਤਾ ਹੈ। ਤਿਸ ਹੈ ਸੋ ਰਚਨਾ ਹੈ। ਤਿਸ ਵਾਹਿਗੁਰੂ ਦੇ ਨਾਲ ਤੇਰੇ ਚਿੱਤ ਦੀ ਰੁਚੀ ਪ੍ਰੀਤੀ ਲੱਗੀ ਹੋਈ ਨਹੀਂ, ਜਾਂ ਉਸ ਵਾਹਿਗੁਰੂ ਦੇ ਨਾਲ ਕਦੇ ਤੇਰੇ ਚਿੱਤ ਦੀ ਰੁਚ ਇੱਛਾ ਹੀ ਨਹੀਂ ਲੱਗੀ, ਜਾਂ ਉਹਦੇ ਨਾਲ ਚਿੱਤ ਦੀ ਰੁਚੀ ਦੁਆਰਾ ਕਦੇ ਵੀ ਸਿਮਰਨ ਕਰਕੇ ਤੂੰ ਬਿਰਤੀ ਨਹੀਂ ਜੋੜਨਾ ਕੀਤੀ। ਆਨ ਰੂਤੀ ਆਨ ਬੋਈਐ। ਜੇ ਰੁੱਤ ਹੋਵੇ ਆਨ ਹੋਰ ਤੇ ਬੀਜ ਦਈਏ ਆਨ ਹੋਰ, ਅਵਲ ਤਾਂ ਜੰਮਦਾ ਹੀ ਨਹੀਂ ਹੈ। ਜੇਕਰ ਜੰਮ ਵੀ ਪਵੇ ਤਾਂ ਪਾਤਸ਼ਾਹ ਫਰਮਾਉਂਦੇ ਨੇ ਫਲ ਨ ਫੁੱਲੈ ਤਾਹੇ। ਤਾਂ ਉਸ ਨੂੰ ਫਲ ਤੇ ਫੁੱਲ ਨਹੀਂ ਲੱਗਦੇ। ਅਰਥਾਤ ਸਤਿਯੁਗ ਦੇ ਵਿੱਚ ਜੋਗ ਦੀ ਰੁੱਤ ਸੀਗੀ। ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤੇ तीनों युग तीनों दिहड़े कल केवल नाम आधार। सतयुग दे विच सत दी जोग दी रुत सी, त्रेते ਵਿੱਚ ਜਗਾਂ ਦੀ ਰੁੱਤ ਸੀ, ਦੁਆਪਰ ਵਿੱਚ ਪੂਜਾ ਦੀ ਰੁੱਤ ਸੀ। ਹੁਣ ਕਲਯੁਗ ਦੇ ਵਿੱਚ ਤਾਂ ਕਲ ਕੇਵਲ ਨਾਮ ਆਧਾਰ, ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ। ਨਾਮ ਭਜਨ ਦੇ ਬੀਜ ਬੀਜਣ ਦੀ ਰੁੱਤ ਹੈ, ਹੋਰ ਕਰਮਾਂ ਰੂਪੀ ਬੀਜ ਦੇ ਬੀਜਣ ਦੀ ਰੁੱਤ ਹੈ ਹੀ ਨਹੀਂ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ। ਇਸੇ ਪ੍ਰਕਾਰ ਆਨ ਰੁਤੀ ਆਨ ਬੋਈਐ। ਹੋਰ ਰੁੱਤ ਭਾਵ ਜੀ ਹੁਣ ਕਲਯੁਗ ਦੇ ਸਮੇਂ ਵਿੱਚ ਪ੍ਰਭੂ ਨਾਮ ਤੋਂ ਬਗੈਰ ਹੋਰ ਕਰਮਾਂ ਰੂਪੀ ਬੀਜ ਨੂੰ ਬੀਜ ਨਾ ਕਰੀਏ। ਫਲ ਨ ਫੁੱਲੈ ਤਾਹੇ। ਤਾਂ ਤਿਸ ਨੂੰ ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਨਹੀਂ ਲੱਗੇਗਾ। ਭਾਵ ਧਰਮ ਰੂਪੀ ਫੁੱਲ ਤੇ ਗਿਆਨ ਨੂੰ ਫਲ ਦੀ ਪ੍ਰਾਪਤੀ ਨਹੀਂ ਹੋਵੇਗੀ। ਰੇ ਮਨ ਹੇ ਮੇਰੇ ਪਿਆਰੇ ਮਨਾ, ਵੱਤਰ ਬੀਜਣ ਨਾਉ। ਹੁਣ ਮਨੁੱਖਾ ਜਨਮ ਰੂਪ ਧਰਤੀ ਵਿੱਚ ਪਰਮੇਸ਼ਰ ਦਾ ਨਾਮ ਬੀਜਣ ਦਾ ਵੱਤ ਹੈ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ।
ਨਾਮ ਬੀਜਣ ਦੀ ਇਹ ਬਾਤ ਆਈ ਹੋਈ ਹੈ। ਜੇ ਹੁਣ ਨਹੀਂ ਬੀਜਿਆ ਤਾਂ ਅੱਗੇ ਭੁੱਖ ਲੱਗੀ ਤੋਂ ਕੀ ਖਾਏਗਾ। ਅਬ ਕੱਲੂ ਆਇਓ ਰੇ ਇੱਕ ਨਾਮ ਬੋ ਤੋ ਮਹਾਰਾਜ ਕਹਿੰਦੇ ਨੇ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਮਨ ਰੁੱਤ ਨਾਮ ਰੇ। ਐ ਮੇਰੀ ਅਮਨਾ ਨਾਮ ਬੀਜਣ ਦੀ ਰੁੱਤ ਹੈ ਤੇ ਤੂੰ ਨਾਮ ਬੀਜ ਲੈ, ਨਾਮ ਬੀਜ ਲੈ, ਕਿਉਂਕਿ ਨਾਮ ਤੋਂ ਬਗੈਰ ਤੇਰਾ ਖਹਿੜਾ ਨਹੀਂ ਛੁੱਟਣਾ। ਇਹ ਗੱਲ ਅਸੀਂ ਵਿਚਾਰ ਕੇ ਤੈਨੂੰ ਕਹਿੰਦੇ ਆ। ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਹਰੀ ਦੇ ਭਜਨ ਤੋਂ ਬਗੈਰ ਤੇਰਾ ਛੁਟਕਾਰਾ ਨਹੀਂ ਹੋਣਾ। ਜਿਨੇ ਦਾਨ ਪੁੰਨ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸੋ ਇਹ ਸਾਰੇ ਲੁੱਟੇ ਜਾਣਗੇ। ਇੱਕ ਕੇਵਲ ਨਾਮ ਦੇ ਕੀਰਤਨ ਜਿਹੜੇ ਭਜਨ ਦੀ ਦਾਤ ਹੈ ਇਹ ਤੇਰੇ ਨਾਲ ਜਾਵੇਗੀ। ਬੋਏ ਖੇਤੀ ਲਾਏ ਮਨੁਆ ਪਰਮੇਸ਼ਰ ਦੇ ਨਾਲ ਤੇ ਮਨ ਨੂੰ ਲਾਉਣ ਰੂਪੀ ਖੇਤੀ ਨੂੰ ਬੀਜਣਾ ਕਰ। ਇਹੀ ਮਹਾਰਾਜ ਕਹਿੰਦੇ ਨੇ ਭਲੋ ਸਮੋ ਸੁਆਓ। ਇਹੀ ਸੁਆਉ ਲਾਭ ਦਾ ਭਲੋ ਚੰਗਾ ਸਮੋ ਸਮਾਂ ਹੈ। ਜੈ ਚੰਗੀ ਕਲਯੁਗ ਜਾਂ ਮਨੁੱਖਾ ਜਨਮ ਰੂਪ ਸਮੇਂ ਵਿੱਚ ਆਤਮਿਕ ਆਨੰਦ ਦੀ ਪ੍ਰਾਪਤੀ ਦਾ ਲਾਭ ਪ੍ਰਾਪਤ ਕਰ। ਅਰਥਾਤ ਮਨੁੱਖਾ ਜਨਮ ਰੂਪ ਧਰਤੀ ਦੇ ਮਨ ਬੁੱਧ ਚਿੱਤ ਤੇ ਹੰਕਾਰ ਰੂਪ ਚਾਰ ਕੋਨੇ ਹਨ। ਇਸ ਮਨੁੱਖਾ ਜਨਮ ਰੂਪ ਧਰਤੀ ਦੇ ਅੰਤःਕਰਨ ਰੂਪ ਖੇਤ ਵਿੱਚੋਂ ਪੁਰਾਣਾ ਵਿੱਚ ਦੋਸ਼ ਰੂਪ ਕੋਲੀ ਕੁਸੁੰਬੀ ਨੂੰ ਜਾਂ ਕਾਮਾਦਿਕ ਵਿਕਾਰਾਂ ਰੂਪ ਨਦੀਨ ਨੂੰ ਜਾਂ ਪਦਾਰਥਾਂ ਦੀ ਇੱਛਾ ਰੂਪ ਨਦੀਨ ਨੂੰ ਵਿਚਾਰ ਰੂਪ ਕਈ ਦੇ ਨਾਲ ਪੁੱਟ ਕੇ ਸੁੱਟ ਦੇ। ਸਤ ਸੰਤੋਖ ਬਲੇਦ ਸਤ ਸੰਤੋਖ ਰੂਪ ਬਲਦਾਂ ਨੂੰ ਜੋੜ ਕੇ ਵਿਵੇਕ ਰੂਪ ਹਲ ਨਾਲ ਵਾਹ ਕੇ ਪੱਧਰਾ ਕਰ। ਮਨ ਹਲੀ ਕਿਰਸਾਣੀ ਕਰਨੀ ਸਰਮ ਬਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ। ਕਾਮ ਕ੍ਰੋਧ ਦੇ ਕਰੋ ਬਸੋਲੇ। ਕਾਮ ਦੇ ਕ੍ਰੋਧ ਦੋ ਰੰਬੇ ਬਣਾ ਲਾ। ਛੋਟੀ ਛੋਟੀਆਂ ਜਿਹੜੀਆਂ ਰੰਬਿਆਂ ਟਾਈਪ ਕਈਆਂ ਹੁੰਦੀਆਂ ਨੇ। ਰੰਬੇ ਤਾਂ ਨਿੱਕੀ ਮੁੱਠ ਵਾਲੇ ਹੁੰਦੇ ਨੇ। ਆਪਾਂ ਹਵੇਲੀ ਦੇ ਵਿੱਚ ਛੋਟੀ ਜਗ੍ਹਾ 'ਤੇ ਸਬਜ਼ੀ ਭਾਜੀ ਬੀਜਦੇ ਰਹੇ ਤੇ ਜੇ ਵੱਡੀ ਪੈਲੀ ਦੇ ਵਿੱਚ ਗੋਡੀ ਦੇਣੀ ਹੋਵੇ ਤਾਂ ਫਿਰ ਉਹਨੂੰ ਵੱਡਾ ਡੰਡਾ ਖੜੇ ਹੋਣ ਵਾਲਾ ਲਾਇਆ ਹੁੰਦਾ। ਚੀਜ਼ ਉਹੀ ਹੁੰਦੀ ਛੋਟੀ ਜਿਹੀ ਰੰਬੀ ਰੋ, ਉਹਨੂੰ ਬਸੋਲੇ ਕਹਿੰਦੇ ਨੇ। ਕਾਮ ਕ੍ਰੋਧ ਦੋਇ ਕਰੋ ਬਸੋਲੇ ਗੋਡੋ ਧਰਤੀ ਭਾਈ। ਇਹ ਮੇਰੇ ਭਰਾਵੋ ਬੁੱਧੀ ਰੂਪ ਧਰਤੀ ਨੂੰ ਗੋੜ ਗੋੜ ਕੇ ਇਹਨਾਂ ਦੇ ਵਿੱਚੋਂ ਵਿਕਾਰਾਂ ਦੀ ਅਟਸਟ ਨਦੀ ਨੂੰ ਪਰੇ ਸੁੱਟ ਦਿਓ ਤੇ ਸਤ ਸੰਗਤ ਰੂਪ ਨਦੀ ਵਿੱਚੋਂ ਵੈਰਾਗ ਰੂਪ ਪਾਣੀ ਪਾਉਣਾ ਕਰੋ। ਖੱਟ ਸਮਝੀ ਰੂਪ ਖੱਟੀ ਦੀ ਪ੍ਰਾਪਤੀ ਵਾਸਤੇ ਤੇ ਮੁਕਤੀ ਰੂਪ ਫਲ ਦੀ ਪ੍ਰਾਪਤੀ ਲਈ ਮਨ ਨੂੰ ਹਲੀ ਬਣਾ ਕੇ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰੂਪ ਬੀਜਣਾ ਕਰੋ। ਜਾਂ ਨਾਮ ਨੂੰ ਬੀਜ ਕੇ ਭਗਤੀ ਰੂਪ ਖੇਤੀ ਕਰਨਾ ਕਰੋ। ਰਹਾਉ ਵਿਸ਼ਰਾਮ ਦੇ ਕੇ ਅੱਗੇ ਚੱਲ ਰਹੇ ਹਨ। ਖੋਏ ਖਹਿੜਾ ਪਰਮ ਮਨ ਕਾ। ਮਨ ਦੇ ਭਰਮ ਦਾ ਖਹਿੜਾ ਮਤਲਬ ਹੱਠ ਅੰਦਰੋਂ ਖੋ ਦੇ ਨਿਵਰਤ ਕਰ ਦੇ। ਸਤਿਗੁਰ ਸਰਣੀ ਜਾਏ ਅਤੇ ਪੂਰੇ ਸਤਿਗੁਰਾਂ ਦੀ ਓਟ ਦੇ ਵਿੱਚ ਜਾ ਕੇ ਪੈਣਾ ਘਰ। ਇਸੇ ਪ੍ਰਕਾਰ ਖੋਏ ਖਹਿੜਾ ਭਰਮ ਮਨ ਕਾ। ਮਨ ਦਾ ਭਰਮ ਅਰ ਜੋ ਵਿਕਾਰਾਂ ਨੂੰ ਭੋਗਣ ਦੇ ਖਹਿੜੇ ਪਿੱਛੇ ਪਿਆ ਹੋਇਆ ਹੈ, ਇਸ ਆਦਤ ਨੂੰ ਅੰਦਰੋਂ ਗਵਾ ਦੇ।
ਇਸੇ ਪ੍ਰਕਾਰ ਸਤਿਗੁਰ ਸਰਣੀ ਜਾਏ ਸਤਿਗੁਰਾਂ ਦੀ ਜਾ ਕੇ ਸ਼ਰਨ ਵਿੱਚ ਪੈਣਾ ਕਰ। ਕੋਇ ਖੜਾ ਭਰਮ ਮਨ ਕਾ ਮਨ ਦਾ ਭਰਮ ਅਤੇ ਵਿਕਾਰਾਂ ਕੋ ਸੰਗਤ ਵਾਲਾ ਜਿਹੜਾ ਖਹਿੜਾ ਹੈ, ਰਸਤਾ ਹੈ, ਇਹ ਖੋ ਦੇ, ਇਹ ਗਵਾ ਦੇਣਾ ਕਰ। ਕੀ ਤੂੰ ਇਹਨਾਂ ਦੇ ਖਹਿੜੇ ਪਿਆ ਹੋਇਆ, ਛੱਡ ਦੇ। ਬਥੇਰੀ ਉਮਰ ਹੋ ਗਈ, ਹੁਣ ਤਾਂ ਦਾੜੀ ਚੱਟੀ ਹੋ ਗਈ, ਭਵਰ ਗਏ ਬਗ ਬੈਠੇ ਆਏ, ਹੁਣ ਤਾਂ ਬੁੱਢਾ ਹੋ ਗਿਆ, ਹੁਣ ਤਾਂ ਸਮਝ ਆ। ਤੋ ਇਸ ਵਾਸਤੇ ਬਹੁਤ ਕੁਛ ਕਰ ਲਿਆ ਤੇ ਗੁਰੂ ਸਾਹਿਬ ਦਾ ਉਪਦੇਸ਼ ਮੰਨ ਕੇ ਹੁਣ ਤੋਂ ਸਿੱਧੇ ਸਤਸੰਗਤ ਦੇ ਰਸਤੇ ਤੇ ਪੈ ਜਾਣਾ ਕਰ। ਇਸੇ ਪ੍ਰਕਾਰ ਕੋਇ ਖੜਾ ਭਰਮ ਮਨ ਕਾ ਜੰਮਣ ਮਰਨ ਦੇ ਰਸਤੇ ਨੂੰ ਗਵਾ ਦੇ। ਕਿਉਂਕਿ ਜੇਕਰ ਖੇਤੀ ਦੇ ਵਿੱਚ ਰਸਤਾ ਪੈ ਜਾਏ ਤਾਂ ਖੇਤੀ ਉਗਦੀ ਨਹੀਂ ਹੈ। ਲੋਕ ਕੰਡਿਆਲੀਆਂ ਤਾਰਾਂ ਜਾਂ ਕੰਡਿਆਂ ਵਾਲੇ ਛਾਪੇ ਗੜ ਦਿੰਦੇ ਨੇ, ਡੰਗਰਾਂ ਪਸ਼ੂਆਂ ਤੋਂ ਵੀ ਬਚਾਅ ਕਰਦੇ ਨੇ। ਖਾਸ ਕਰਕੇ ਰਸਤੇ ਦੇ ਨਾਲ ਲੱਗਦੀ ਖੇਤੀ ਦਾ ਤਾਂ ਬਹੁਤਾ ਹੀ ਬਚਾਅ ਕਰਨਾ ਪੈਂਦਾ। ਇਸ ਲਈ ਜੇ ਪਗਡੰਡੀ ਵਿੱਚ ਬਣ ਗਈ ਤਾਂ ਫਿਰ ਕੀ ਉੱਥੇ ਉੱਗੇਗਾ। ਸ਼ੁਭ ਗੁਣਾ ਰੂਪ ਖੇਤੀ ਦੀ ਰੱਖਿਆ ਕਰਨ ਵਾਸਤੇ ਤੋਂ ਇਹ ਭਰਮ ਦਾ ਜਿਹੜਾ ਮਨ ਵਿੱਚ ਭਰਮ ਵਿਕਾਰਾਂ ਦਾ ਪਿਆ ਹੋਇਆ ਵੀ ਪਤਾ ਨਹੀਂ ਵਿਕਾਰਾਂ 'ਚੋਂ ਮੈਨੂੰ ਸੁੱਖ ਮਿਲਣਾ, ਇਹ ਵਿੱਚ ਰਾਹ ਬਣਾਇਆ ਹੋਇਆ ਹੈ ਆਪਦੇ ਸੁੱਖ ਦਾ, ਆਨੰਦ ਦਾ, ਇਹਨੂੰ ਖਤਮ ਕਰ ਦੇ, ਖਹਿੜਾ ਛੱਡ ਦੇ ਇਹਨਾਂ ਰਸਤਿਆਂ ਦਾ। ਸਤਿਗੁਰ ਸਰਣੀ ਜਾਏ ਅਤੇ ਜਾ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾ, ਸਤਿਗੁਰਾਂ ਦੀ ਓਟ ਵਿੱਚ ਜਾਣਾ ਕਰ। ਫਿਰ ਤੇਰੀ ਖੇਤੀ ਦੀ ਵਿਕਾਰਾਂ ਰੂਪ ਹਰਨਾਂ ਦੇ ਖਾਣ ਤੋਂ ਰੱਖਿਆ ਹੋਵੇਗੀ। ਕਰਮ ਜਿਸ ਕਉ ਤੁਰਹੁ ਲਿਖਿਆ ਜਿਸ ਦੇ ਧੁਰ ਆਦੋਂ ਕਿਰਪਾਲੂ ਵਾਹਿਗੁਰੂ ਨੇ ਨਿਸ਼ਕਾਮ ਕਰਮਾਂ ਦਾ ਫਲ ਦੇਣ ਰੂਪ ਲੇਖ ਲਿਖਿਆ ਹੈ। ਸੋਈ ਕਾਰ ਕਮਾਏ ਉਹ ਪ੍ਰੇਮੀ ਹੀ ਪ੍ਰੇਮਾ ਭਗਤ ਰੂਪ ਕਾਰ ਨੂੰ ਕਮਾਉਂਦਾ ਹੈ। ਭਾਉ ਲਾਗਾ ਗੋਬਿੰਦ ਸਿਉ ਜਿਸ ਦਾ ਪਰਮੇਸ਼ਰ ਨਾਲ ਪ੍ਰੇਮ ਲੱਗਿਆ ਹੈ। ਕਾਲ ਪਾਈ ਥਾਏ ਉਸ ਦੀ ਕੀਤੀ ਹੋਈ ਕਾਲ ਕਮਾਈ ਪਰਮੇਸ਼ਰ ਨੇ ਥਾਂ ਪਾਉਣਾ ਕੀਤੀ ਹੈ। ਨਹੀਂ ਤਾਂ ਬਥੇਰੀ ਦੁਨੀਆ ਤੁਰੀ ਫਿਰਦੀ ਹੈ। ਮਿਹਨਤ ਦਾ ਮਸ਼ੱਕਤਾਂ ਕਰਨ ਵਾਲੇ ਪਹਿਲਾਂ ਵੀ ਬੜੇ ਹੋ ਕੇ ਤੁਰ ਗਏ ਨੇ। ਸਤਿਗੁਰੂ ਨਾਨਕ ਦੇਵ ਜੀ ਦੀ ਉਮਰ ਛੋਟੀ ਜਿਹੀ ਸੀ ਤੇ ਜਿਹੜੇ ਸਿੱਧ ਸੀਗੇ ਉਹ ਹਜ਼ਾਰਾਂ ਸਾਲ ਉਮਰਾਂ ਦੇ ਵੱਡੇ ਸਨ। ਉਹ ਗੁਰੂ ਜੀ ਨੂੰ ਬਾਲਾ ਕਹਿੰਦੇ ਸਨ ਤੇ ਪਰ ਵੇਖੋ ਉਹਨਾਂ ਨੂੰ ਸ਼ਾਂਤੀ ਨਹੀਂ ਆਈ। ਜੇ ਸ਼ਾਂਤੀ ਆਈ ਕਿਉਂਕਿ ਉਹ ਗੁੱਸਾ ਹੀ ਨਹੀਂ ਗਿਆ, ਕ੍ਰੋਧ ਹੀ ਨਹੀਂ ਗਿਆ। ਸਤਿਗੁਰੂ ਨੇ ਸ਼ਬਦ ਸੁਣਾਇਆ, ਉਹਨਾਂ ਦੇ ਮਨ 'ਚ ਪ੍ਰੇਮ ਪੈਦਾ ਕੀਤਾ, ਤਾਂ ਸ਼ਬਦ ਦੇ ਪ੍ਰੇਮ ਨੂੰ ਪੈਦਾ ਕਰਕੇ ਸ਼ਬਦ ਸਾਧ ਸਿੱਧਾਂ ਵਿੱਚ ਆਈ, ਤਾਂ ਸਿੱਧਾਂ ਵਿੱਚ ਸ਼ਾਂਤੀ ਆਈ। ਜਿਹੜਾ ਭਗੀਰਥ ਸਿੱਧ ਸੀਗਾ ਜਾਂ ਸੋ ਇਹ ਗੁਰਮੁਖ ਪਿਆਰੇ ਆ ਜਿਹੜਾ ਗੋਰਖ ਸੀਗਾ ਪਹਿਲਾਂ ਤਾਂ ਮਹਾਰਾਜ ਦੇ ਨਾਲ ਮੁਕਾਬਲਾ ਕਰਦਾ ਰਿਹਾ, ਪਰ ਬਾਅਦ ਦੇ ਵਿੱਚ ਇਹ ਵੀ ਸਮਝ ਗਿਆ। ਆ ਮੰਗਲਨਾਥ ਸੀਗਾ, ਚਰਪਟਨਾਥ ਸੀਗਾ, ਘੁੱਗੂਨਾਥ ਸੀਗਾ, ਇਹ ਸਾਰੇ ਪਿਆਰ ਵਾਲੇ ਸਿੱਧ ਸਨ। ਤੇ ਜਿਹੜੇ ਦੂਸਰੇ ਸੀਗੇ ਗੁੱਸੇਖੋਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਕੇ ਵੀ ਸ਼ਾਂਤੀ ਨੂੰ ਪ੍ਰਾਪਤ ਨਹੀਂ ਹੋਏ। ਕਿਉਂਕਿ ਤਪ ਕਰ ਕਰਕੇ ਸਰੀਰ ਨੂੰ ਕਸ਼ਟ ਹੀ ਇੰਨਾ ਦਿੱਤਾ ਕਿ ਮਨ ਵਿੱਚੋਂ ਕ੍ਰੋਧ ਗਿਆ ਹੀ ਨਹੀਂ। ਇਸ ਲਈ ਬਿਨਾਂ ਪ੍ਰੇਮ ਤੋਂ ਕਲਗੀਧਰ ਮਹਾਰਾਜ ਕਹਿੰਦੇ ਨੇ, ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਰੇ ਪ੍ਰਭ ਪਾਈਤ ਹੈ। ਜਿਹੜਾ ਹਰੀ ਅਕਾਲ ਪੁਰਖ ਹੈ ਉਹ ਪ੍ਰੇਮ ਕਰਕੇ ਹੀ ਪਾਇਆ ਜਾਂਦਾ। ਸੋ ਪ੍ਰੇਮ ਦੇ ਨਾਲ ਭਾਵੇਂ ਥੋੜ੍ਹਾ ਕਰੀਏ, ਪਰਮੇਸ਼ਰ ਦੀ ਉਹਨਾਂ ਨੇ ਥਾਂ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੀ ਕਾਲ ਕਮਾਈ ਥਾਈ ਪਈ ਹੈ। ਖੇਤ ਮੇਰਾ
ਜੰਮਿਆ। ਸਾਡੇ ਅੰਤःਕਰਨ ਰੂਪੀ ਖੇਤ ਵਿੱਚ ਸ਼ੁਭ ਗੁਣਾ ਰੂਪੀ ਅਨਾਜ ਜੰਮਿਆ ਪੈਦਾ ਹੋਇਆ ਹੈ। ਇਸੇ ਪ੍ਰਕਾਰ ਖੇਤ ਮੇਰਾ ਜੰਮਿਆ। ਸਾਡੇ ਅੰਤःਕਰਨ ਵਿੱਚ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨ ਰੂਪ ਖੇਤ ਉਗਿਆ ਹੋਇਆ ਹੈ। ਨਿਖੁੱਟ ਨਾ ਕਬਹੂ ਜਾਏ। ਇਹ ਮੁਕਤ ਰੂਪ ਪਦਾਰਥ ਕੋਲ ਹੋਣ ਕਰਕੇ ਕਦੇ ਵੀ ਨਿਖੁੱਟ ਮੁੱਕ ਕੇ ਨਹੀਂ ਜਾਵੇਗਾ। ਜੀਵਨ ਮੁਕਤੀ ਦੇ ਆਨੰਦ ਵਾਸਤੇ ਅੰਦਰ ਪ੍ਰਵਾਹ ਰੂਪ ਹੋ ਕੇ ਪਿਆ ਰਹੇਗਾ। ਅਰਥਾਤ ਜਿਵੇਂ ਖੇਤੀ ਚੰਗੀ ਉਗਣ ਦੇ ਸਾਰੇ ਦਲਿੱਦਰ ਚੁੱਕੇ ਜਾਂਦੇ ਨੇ ਅਤੇ ਸ਼ਾਹੂਕਾਰਾਂ ਦੇ ਕਰਜ਼ੇ ਵੀ ਲੈ ਜਾਂਦੇ ਨੇ ਅਤੇ ਨਾ ਮੁੱਕਣ ਵਾਲਾ ਧਨ ਪ੍ਰਾਪਤ ਹੋ ਜਾਂਦਾ। ਇਸੇ ਪ੍ਰਕਾਰ ਜਦ ਅੰਤःਕਰਨ ਰੂਪ ਖੇਤ ਵਿੱਚ ਪਰਮੇਸ਼ਰ ਸਾਖਿਆਤ ਹੋਣ ਰੂਪ ਜੰਮ ਜਾਵੇ, ਪ੍ਰਗਟ ਹੋ ਜਾਵੇ, ਤਾਂ ਲੋਕ ਦੰਡ ਪਿੱਤਰ ਦੰਡ ਆਦਿ ਸਭ ਦਾ ਕਰਜ਼ਾ ਚੁੱਕਿਆ ਜਾਂਦਾ ਹੈ ਅਤੇ ਨਿਖੁੱਟ ਨ ਕਬਹੂ ਜਾਏ। ਇਹ ਕਦੀ ਮੁੱਕਦਾ ਵੀ ਨਹੀਂ ਤੇ ਚੋਰ ਆਦਿਕ ਚੁਰਾ ਕੇ ਕਿਤੇ ਲਿਜਾ ਵੀ ਨਹੀਂ ਸਕਦੇ ਹਨ। ਪਾਇਆ ਮੂਲ ਪਦਾਰਥੋ। ਅਮੋਲਕ ਬ੍ਰਹਮ ਗਿਆਨ ਰੂਪ ਜਾਂ ਨਾਮ ਰੂਪ ਪਦਾਰਥ ਸਤਿਗੁਰਾਂ ਦੀ ਕਿਰਪਾ ਕਰਕੇ ਪਾ ਲਿਆ ਹੈ। ਛੋੜ ਨਾ ਕਤਹੂ ਜਾਏ। ਜਿਸ ਨੂੰ ਛੱਡ ਕੇ ਮੇਰਾ ਮਨ ਹੋਰ ਕਿਤੇ ਵੀ ਨਹੀਂ ਜਾਂਦਾ। ਭਾ ਮਨ ਹਰ ਵਕਤ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ। ਜਾਂ ਪਰਮੇਸ਼ਰ ਰੂਪ ਅਮੋਲਕ ਪਦਾਰਥ ਨੂੰ ਪਾ ਲਿਆ ਜੋ ਪਰਮੇਸ਼ਰ ਛੱਡ ਕੇ ਕਿਤੇ ਵੀ ਨਹੀਂ ਜਾਂਦਾ। ਭਾ ਪ੍ਰੇਮ ਨਹੀਂ ਦੌੜਦਾ, ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਕਹੁ ਨਾਨਕ ਸੁਖ ਪਾਇਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਐਸਾ ਆਤਮਕ ਸੁਖ ਆਨੰਦ ਪਾਇਆ ਹੈ। ਤ੍ਰਿਪਤ ਰਹਿਆ ਗਾਏ। ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਰਹੇ ਹਾਂ, ਸਵਰਗ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਏ ਰੱਜ ਰਹੇ ਹਾਂ, ਜਾਂ ਆਤਮਕ ਤ੍ਰਿਪਤੀ ਕਰਕੇ ਰੱਜ ਰਹੇ ਹਾਂ। ਮਾਰੂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੁਭ ਪਾਵਨ ਫਰਮਾਨ ਕਰਦੇ ਹਨ। ਫੂਟੋ ਆਂਡਾ ਭਰਮ ਕਾ। ਸੋ ਜਿਸ ਦਾ ਗੁਰਾਂ ਦੀ ਕਿਰਪਾ ਕਰਕੇ ਭਰਮ ਦਾ ਆਂਡਾ ਕਹੀਏ ਪੜਦਾ, ਇਹ ਫੁੱਟ ਗਿਆ ਹੈ। ਮਨ ਹੈ ਭਇਓ ਪਰਗਾਸ। ਉਸ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਪ੍ਰਗਾਸ ਕਹੀਏ ਗਿਆਨ ਪੈਦਾ ਹੋਇਆ ਹੈ। ਕਾਟੀ ਬੇਰੀ ਪਗਹਿ ਤੇ। ਉਸ ਦੇ ਮਨ ਬੁੱਧ ਰੂਪ ਪੈਰਾਂ ਤੋਂ ਹੰਗਤਾ ਮਮਤਾ ਰੂਪ ਜਾਂ ਵਾਸ਼ਨਾ ਰੂਪ ਜਿਹੜੀ ਵਾਹਿਗੁਰੂ ਜੀ ਨੇ ਕੱਟ ਦਿੱਤੀ ਹੈ। ਗੁਰ ਕੀਨੀ ਬੰਦ ਖਲਾਸ। ਬੰਦ ਦੱਦੇ ਨਾਲ ਬੋਲਾ ਬੋਲਣਾ, ਜੇ ਬੰਦ ਕਹਾਂਗੇ ਫਿਰ ਤੱਦਾ ਲੱਗ ਜਾਏਗਾ, ਤੇ ਇਸ ਲਈ ਬੰਦ ਖਲਾਸ ਜੋ ਇਹ ਬੇੜੀ ਪਈ ਹੋਈ ਸੀ ਵਾਸ਼ਨਾ ਦੀ, ਹੰਗਤਾ ਮਮਤਾ ਦੀ, ਉਹਦੀ ਸਤਿਗੁਰਾਂ ਨੇ ਮਾਤਾ ਦੇ ਗਰਭ ਰੂਪੀ ਜਾਂ ਮਾਇਆ ਦੇ ਬੰਦ ਬੰਦੀ ਖਾਨੇ ਵਿੱਚੋਂ ਜਾਂ ਜੂਨਾ ਰੂਪੀ ਬੰਦੀ ਖਾਨੇ ਵਿੱਚੋਂ ਖਲਾਸੀ ਮੁਕਤੀ ਕਰਵਾਉਣਾ ਕੀਤੀ ਹੈ, ਆਪ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਬੰਦ ਖਲਾਸੀ ਭਾਣੇ ਹੋਏ। ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਬੰਦੀ ਤੋਂ ਖਲਾਸੀ ਹੁੰਦੀ ਹੈ। ਕਾਟੀ ਬੇਰੀ ਪਗਹਿ ਹੈ ਤੇ ਗੁਰ ਕੀਨੀ ਬੰਦ ਖਲਾਸ। ਸੋ ਮਹਾਰਾਜ ਨੇ ਜਿਨ੍ਹਾਂ ਦੇ ਪੈਰਾਂ ਦੀ ਬੇੜੀ ਕੱਟਣੀ ਹੋਵੇ ਉਹ ਪ੍ਰਤੱਖ ਵੀ ਜੇਲ੍ਹ ਵਿੱਚੋਂ ਰਿਹਾ ਕਰਵਾ ਦਿੰਦੇ ਨੇ, ਆਪਣੇ ਆਪ ਹੀ ਸਭ ਵਿਧੀ ਬਣ ਜਾਂਦੀ ਹੈ। ਜਾਂ ਪ੍ਰਤੱਖ ਆਪ ਕਿਰਪਾ ਕਰਕੇ ਤੋ ਸਿੱਧਾ ਹੀ ਬੇੜੀ ਕੱਟ ਦਿੰਦੇ ਹਨ। ਬਾਲਾ ਰਾਓ ਤੇ ਰੁਸਤਮ ਰਾਓ, ਇਹ ਸਾਡਾ ਇਤਿਹਾਸ ਹੈ। ਜਿੱਥੇ ਗੁਰਦੁਆਰਾ ਮਨਮਾੜ ਸਟੇਸ਼ਨ ਦੇ ਉੱਥੇ ਬਣਿਆ ਹੋਇਆ ਮਨਮਾੜ ਸਾਹਿਬ, ਉੱਥੇ ਦੋ ਰਾਜਪੂਤ ਭਰਾ ਭਾਵੇਂ ਸਿੱਖ ਵੀ ਨਹੀਂ ਸਨ, ਪਰ ਸਿੱਖ ਦੀ ਸੰਗਤ ਕਰਕੇ ਪ੍ਰੇਮੀ ਬਣ ਗਏ। ਪਹਿਰੇਦਾਰ ਗੁਰੂ ਦਾ ਸਿੱਖ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮੀ ਸੀ,
ਤੇ ਉਹਦੇ ਤੋਂ ਪੰਕਤੀ ਸੁਣੀ, ਸਤਿਗੁਰ ਸਿੱਖ ਕੀ ਬੰਧਨ ਘਟ, ਗੁਰ ਕਾ ਸਿੱਖ ਵਿਕਾਰ ਤੇ ਹਟ। ਇਹਨਾਂ ਨੂੰ ਵੀ ਸ਼ਰਧਾ ਵੱਜ ਗਈ। ਦੋਨੇ ਭਰਾਵਾਂ ਨੇ ਚਲੀਸਾ ਰੱਖ ਲਿਆ ਵਾਰੀ ਵਾਰੀ। ਜੇ ਦੂਜੇ ਨੂੰ ਨੀਂਦ ਆ ਜਾਂਦੀ ਤੇ ਉਹ ਪਹਿਲਾਂ ਉੱਠ ਕੇ ਬੈਠ ਜਾਂਦਾ, ਜੇ ਉਹਨੂੰ ਆਲਸ ਆ ਜਾਂਦਾ ਤੇ ਦੂਜਾ ਕਰਨ ਲੱਗ ਪੈਂਦਾ। ਕੰਟੀਨਿਊ ਇੱਕ ਰਸ ਉਹਨਾਂ ਨੇ ਜਾਪ ਸ਼ੁਰੂ ਕਰ ਦਿੱਤਾ, ਸਤਨਾਮ ਸ੍ਰੀ ਵਾਹਿਗੁਰੂ 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 ਜਾਂ ਮੂਲ ਮੰਤਰ ਦਾ ਪਾਠ। ਕਲਗੀਧਰ ਮਹਾਰਾਜ 40 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਘੋੜੇ ਚੜੇ ਖੁਦ ਆਪ ਪ੍ਰਗਟ ਹੋ ਗਏ। ਮਹਾਰਾਜ ਦੇ ਜਦ ਦਰਸ਼ਨ ਹੋਏ, ਪ੍ਰਕਾਸ਼ ਹੋਇਆ, ਤਾਂ ਇਹਨਾਂ ਦੇ ਚਿਹਰੇ ਤੇ ਮਹਾਰਾਜ ਨੇ ਲੈਟ ਮਾਰੀ। ਆਖਿਆ ਉਠੋ ਭਾਈ। ਉੱਠ ਕੇ ਖੜੇ ਹੋਏ, ਯਕੀਨ ਨਾ ਆਏ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਸੀ ਅਸੀਂ ਉਹੀ ਆ ਗਏ ਹਾਂ, ਆਓ ਬਾਹਰ ਆਓ ਵੀਰ ਮੇਰਿਓ। ਕਹਿੰਦੇ ਜੀ ਉਹ ਤੇ ਜਿੰਦਰਾ ਲੱਗਾ ਹੋਇਆ ਕੱਡਾ ਮੋਟਾ, ਤੇ ਜੇ ਆ ਵੀ ਗਏ ਤੇ ਬਾਹਰ ਪਹਿਰੇਦਾਰ ਖੜੇ ਉਹਨਾਂ ਫੜ ਕੇ ਅੰਦਰ ਫੇਰ ਵੜ ਦੇਣਾ, ਉਲਟਾ ਕੁੱਟਣਾ ਵੀ। ਤੁਹਾਨੂੰ ਬਾਹਰ ਕਿੰਨੇ ਸੱਦਿਆ ਹੋਏ? ਮਾਰੇ ਕਹਿੰਦੇ ਨਹੀਂ, ਐਸਾ ਕੁਝ ਨਹੀਂ ਹੋਏਗਾ, ਜਿੰਦਰਾ ਤਾਂ ਖੁੱਲਾ ਹੋਇਆ। ਆ ਵੇਖੋ ਦਰਵਾਜ਼ੇ ਨੂੰ ਹੱਥ ਤਾਂ ਲਾਓ। ਜਦ ਦਰਵਾਜ਼ਾ ਖੋਲ੍ਹਿਆ ਤੇ ਸੱਚਮੁੱਚ ਹੀ ਉਹਨੂੰ ਜਿੰਦਰਾ ਖੁੱਲਾ ਹੋਇਆ ਸੀ। ਪਹਿਰੇਦਾਰ ਵੇਖ ਰਹੇ ਸੀ। ਸਤਿਗੁਰੂ ਜੀ ਕਹਿੰਦੇ ਸਾਡੇ ਚਰਨ ਫੜੋ। ਘੋੜੇ ਚੜੇ ਗੁਰੂ ਸਾਹਿਬ ਨੇ ਆਪਦੇ ਚਰਨ ਫੜਾਏ ਤੇ ਮਹਾਰਾਜ ਨੇ ਆਖਿਆ ਕਿ ਤੁਸੀਂ ਉੱਚੀ ਉੱਚੀ ਰੌਲਾ ਪਾਓ, ਜਿਹਨੂੰ ਨਹੀਂ ਵੀ ਪਤਾ ਉਹਨੂੰ ਇਕੱਠੇ ਕਰੋ। ਸਾਰਾ ਸਟਾਫ ਉੱਥੇ ਜਿੰਨਾ ਜੇਲ੍ਹ ਦਾ ਸੀ ਸਭ ਸ਼ਸਤਰ ਫੜ ਕੇ ਉੱਥੇ ਇਕੱਠੇ ਹੋ ਗਏ। ਵੇਖੀ ਜਾ ਰਹੇ ਨੇ, ਪਰ ਉਹਨਾਂ ਦੀ ਤਾਕਤ ਨਹੀਂ ਵੀ ਗੁਰੂ ਸਾਹਿਬ ਦੇ ਕੋਲ ਆ ਜਾਣ। ਇੰਨਾ ਪ੍ਰਕਾਸ਼ ਹੈ, ਬੜਾ ਭੈ ਲੱਗ ਰਿਹਾ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀ ਹੋਵੇ ਪ੍ਰਵਾਹ ਹੈ। ਤਾਤੀ ਬਾਉ ਨਾ ਲੱਗੇ ਪਾਰ ਬ੍ਰਹਮ ਸਰਨਾਈ। ਸ਼ਬਦ ਦਾ ਪ੍ਰਕਾਸ਼ ਹੈ ਨਾ, ਗੁਰੂ ਤਾਂ ਹੈ ਹੀ ਪ੍ਰਕਾਸ਼ ਰੂਪ, ਸ਼ਬਦ ਰੂਪ ਬ੍ਰਹਮ ਹੈ। ਮਹਾਰਾਜ ਕਹਿੰਦੇ ਕਿ ਇਹਨਾਂ ਨੂੰ ਆਖੋ ਕਿ ਅਸੀਂ ਚੱਲੇ ਹਾਂ, ਸਾਡੇ ਗੁਰੂ ਸਾਹਿਬ ਸਾਨੂੰ ਨਾਲ ਲਿਜਾ ਰਹੇ ਨੇ। ਜੇ ਕਿਸੇ ਦੀ ਤਾਕਤ ਹੈ ਤੇ ਸਾਨੂੰ ਫੜ ਕੇ ਦਿਖਾਓ। ਉਹਨਾਂ ਆਖਿਆ, ਕਹਿੰਦੇ ਆ ਜਾਓ ਭਾਈ ਫੜ ਲਓ। ਉਹ ਵੇਖੀ ਗਏ, ਪਰ ਅੱਗੇ ਕੌਣ ਆਏ? ਸਤਿਗੁਰਾਂ ਨੇ ਸਭਨਾਂ ਦੀ ਵੇਖਦਿਆਂ ਆਪ ਦਾ ਕੂੜਾ ਉੱਪਰ ਆਕਾਸ਼ ਨੂੰ ਹੈਲੀਕਾਪਟਰ ਦੀ ਤਰ੍ਹਾਂ ਉਡਾਇਆ। ਤੇ ਜਿਹੜਾ ਉੱਪਰ ਗੇਟ ਬਣਿਆ ਹੋਇਆ ਸੀਗਾ, ਜਿਹਨੂੰ ਆਪਾਂ ਪੰਜਾਬੀ 'ਚ ਮੁੱਗ ਕਹਿੰਦੇ ਆ, ਮੁੱਗ ਛੱਤ ਦੇ ਵਿੱਚ ਚਾਨਣ ਵਾਸਤੇ ਪੁਰਾਣੀਆਂ ਛੱਤਾਂ 'ਚ ਹੁੰਦਾ ਸੀ। ਤੇ ਗੁਰੂ ਮਹਾਰਾਜ ਨੇ ਉੱਪਰ ਥਾਣੀ ਘੋੜਾ ਕੱਢਿਆ, ਆਕਾਸ਼ੀ ਰਸਤੇ ਉਹਨਾਂ ਨੂੰ ਉਡਾ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਪਹਾੜੀ 'ਤੇ ਉਤਾਰਿਆ ਜਿੱਥੇ ਮਨਮਾੜ ਸਟੇਸ਼ਨ ਦੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਮਹਾਰਾਜ ਕਹਿੰਦੇ ਚੰਗਾ ਫਿਰ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਹੈ ਮਹਾਰਾਜ, ਤੁਸੀਂ ਕਿੱਥੇ ਚੱਲੇ ਹੋ? ਗੁਰੂ ਸਾਹਿਬ ਕਹਿਣ ਲੱਗੇ ਵੀ ਆਪਣਾ ਨੂੰ ਤਾਂ 40 ਸਾਲ ਹੋ ਗਏ ਗਿਆ ਨੂੰ, ਅਸੀਂ ਆਪਦੇ ਘਰ ਚੱਲੇ ਹਾਂ। ਕਹਿੰਦੇ ਮਹਾਰਾਜ ਫਿਰ ਸਾਨੂੰ ਵੀ ਨਾਲ ਹੀ ਲੈ ਜਾਓ, ਆਪਾਂ ਤਾਂ ਨਹੀਂ ਤੁਹਾਤੋਂ ਬਗੈਰ ਰਹਿ ਸਕਦੇ। ਉਹਨਾਂ ਦਾ ਪਿਆਰ ਹੀ ਇੰਨਾ ਪੈ ਗਿਆ ਮਹਾਰਾਜ ਨਾਲ। ਸਾਹਿਬ ਕਹਿੰਦੇ ਨਹੀਂ ਭਾਈ, ਅਜੇ ਤੁਹਾਡੀ ਸਰੀਰ ਦੀ ਪ੍ਰਾਰਬਧ ਬਾਕੀ ਹੈ, ਤੁਹਾਡੀ ਉਮਰ ਅਜੇ ਬਾਕੀ ਹੈ, ਅਸੀਂ ਤੁਹਾਨੂੰ ਹੁਣੇ ਆਪਣੇ ਨਾਲ ਨਹੀਂ ਲਿਜਾ ਸਕਦੇ। ਕਹਿੰਦੇ ਜੀ ਫਿਰ ਸਾਨੂੰ ਕੁੱਟ-ਕੁੱਟ ਮਾਰ ਦੇਣਗੇ, ਆਪਾਂ ਫੜੇ ਜਾਵਾਂਗੇ, ਆਪਾਂ ਕਿੱਥੇ ਜਾਈਏ? ਮਹਾਰਾਜ ਕਹਿੰਦੇ ਆਪਦੇ ਘਰ ਜਾਓ, ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ। ਨਹੀਂ ਮਹਾਰਾਜ, ਉਹਨਾਂ ਫਿਰ ਫੜ ਲੈਣਾ। ਕਹਿੰਦੇ ਚੰਗਾ ਇਸ ਤਰ੍ਹਾਂ ਕਰੋ, ਖਾਲਸਾ ਸਾਡਾ ਰੂਪ ਹੈ, ਇੱਥੋਂ ਕੁਝ ਦੂਰੀ 'ਤੇ ਨੰਦੇੜ ਸ਼ਹਿਰ ਸਾਡਾ ਅਸਥਾਨ ਹੈ, ਉੱਥੇ ਖਾਲਸਾ ਨਿਵਾਸ ਕਰ ਰਿਹਾ। ਨਾਲੇ ਤਾਂ ਖਾਲਸੇ ਨੂੰ ਜਾ ਕੇ ਸਾਖੀ ਸੁਣਾਇਓ, ਉਹਨਾਂ ਨੂੰ ਹੌਸਲਾ ਆਏਗਾ, ਭਰੋਸਾ ਦਿਓ, ਅਤੇ ਨਾਲੇ ਮਦਦ ਵਾਸਤੇ ਉਹਨਾਂ ਨੂੰ ਪੁਕਾਰ ਕਰਿਓ, ਉਹ ਤੁਹਾਨੂੰ ਤੁਹਾਡੇ ਰਾਜ ਬਾਗ ਦਾ ਮਾਲਕ ਬਣਾ ਕੇ ਆਉਣਗੇ। ਜਦ ਇਹਨਾਂ ਆ ਕੇ ਸਾਖੀ ਸੁਣਾਈ, ਖਾਲਸਾ ਬਹੁਤ ਪ੍ਰਸੰਨ ਹੋਇਆ। ਇਹ ਸਾਰੀ ਸਾਖੀ ਸਤਿਗੁਰੂ ਕਲਗੀਧਰ ਜੀ ਦੇ 40 ਸਾਲ ਸੱਚਖੰਡ ਜਾਣ ਤੋਂ ਬਾਅਦ ਦੀ ਸਾਖੀ ਹੈ। ਯਾਨੀ ਕਿ ਮਹਾਰਾਜ ਸੱਚਖੰਡ ਨਹੀਂ ਗਏ ਹੋਏ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਦੇ ਨਾ ਭਇਓ ਦੁਰਾਈ। ਹੁਣ ਵੀ ਹਾਜ਼ਰ ਨਾਜ਼ਰ ਨੇ, ਕਿਤੇ ਦੂਰ ਨਹੀਂ ਹਨ।
तो इसलिए खालसा पंथ ने उन्होंने मदद की, खुद आप नाल गए घोड़ियां ते चढ़ के, नाल माता भागो जी ने बेनती करके लै गए। जिथे जनवाड़ा शहर है, सचखंड हजूर साहब तो नांदेड़ शहर, हजूर साहब तो महाराष्ट्र विच, ते जिहड़ा बिदर शहर है जिथे गुरुद्वारा नानक झीरा साहब है, ये करनाटका स्टेट विच पैंदा है, जिथे वो जलेबियां जियां वाली बोली कन्नड़ भाषा चलती है। वो बिदर गुरुद्वारा साहब के नाल ही थोड़ी दूर पहला ही जनवाड़ा शहर इन्हां दा राज सीगा, ते उत्थे खालसे ने इन्हां नूं सिंघासन ते बिठाया, इन्हां दी ताजपोशी दुबार तो की, सब प्रजा नूं इन्हां दे अधीन कीता। ते फिर आप छुट्टी लैके हजूर साहब आए। इन्हां बेनती करके माता भागो नूं उत्थे रख लिया, कहंदे तुसीं साडे माता जी बन के इत्थे रहो। उत्थे किले दे विच माता जी का गुरुद्वारा साहब बनया होया। माता भागो जी जिन्हें मुक्तसर का जंग लड़िया सीगा, माझे दे सिखां दी टुटी गंढाई, बीबियां भी धन होईयां जिन्हां हरेक काम दे विच आपदा हिस्सा पाया है। मत्था उत्थे नहीं टेकिया जांदा, इत्थे कोई ज़्यादा उत्थे मत्था टेकेगा। सानू पता नहीं यकीन ही नहीं एक जगह ते। सो सतगुरु महाराज सच्चे पातशाह रहमत करन, माता भागो जी उत्थे जनवाड़ा शहर विखे रह के बंदगी करते रहे, ते रात उत्थे जनवाड़े टेकदे, अमृत वेले उठ करके उत्थे जिथे गुरुद्वारा नानक झीरा साहब है, घरों इशनान नितनेम करके आउंदे, उत्थे फिर इशनान करके दोपहर का टाइम उत्थे जंगल बेले च कटदे, सतगुरु नानक देव महाराज के चरणों का ध्यान धार के समाधि लाउंदे। चोला साहब पाया होया सी निहंग सिंघां वाला बाणा, ते आस पास वो इलाके दे विच गुरु नानक साहब की सिक्खी का प्रचार करते रहे। उत्थे जनवाड़ी माता जी ने आपदा शरीर त्यागया। माता भागो जी की याद विच बहुत सुंदर गुरुद्वारा साहब संगतां दर्शन करदियां ने। मम्मी जदों जाईदा उत्थे जरूर नमस्कार करीदी है। इसलिए छेवें पातशाह जिवें गुरु हरगोबिंद साहब ने 52 राजियां नूं ग्वालियर के किले दे विचों उतों बंदी विचों छड़ा के रिहा कराया। अज भी जे गुरु साहब के चरणों की श्रद्धा रखांगे तो महाराज अज भी साध संगत जी उस तरह ही हाजिर नाजर ने। उन्हों की जोत गुरबाणी दे विच विराजमान है। जो प्रभु को मिले वो चाहे खोज शब्द मिले। जिहड़ा वाहिगुरु के दर्शन करने चाहुंदा वो शब्द पढ़े। कहंदे बाबा जी कोई शब्द दिओ सोहना जिहा। शब्द बाबे ने नहीं देना, तो सोहना माड़ा केड़ा फिर शब्द जे आपां सोहना लभदे हां। शब्द तो सारे ही सोहने ने, तो बाबे ने नहीं देना। ये तो महाराज दे विच लिखे हुए ने पहला ही ऑलरेडी। तो साडी भावना तो गुरु साहब ते होनी चाहिए है। जो श्री मुख वाक आया यही शब्द है, मूल मंत्र ये शब्द है, गुर मंत्र शब्द है, जपजी साहब का संपूर्ण पाठ शब्द है। तो इस वास्ते सुखमनी साहब का पाठ भी शब्द ही है। जो मर्जी आप पढ़ लीए, जो अरदास करेंगे गुरु साहब कृपा करेंगे, मदद करेंगे। इसलिए महाराज कहते जिन्हों ने जपिया है, जिन्हों ने सेविया उन्होंने बंद खलासी हुई है। आवन जान रहियो हुण जिहड़ा उस पुरख का जन्म धार के आना सी ते मर के परलोक नूं हिसाब किताब देण लई जाना सी, उस तो वो रहत हो गया है। उहदा संसार विच आउणा जाना रह गया है। तबत कड़ाह बुझ गया तृष्णा रूप अग नाल तपदा होया अंतःकरण रूपी कड़ा है ये बुझ गया है। जो अंतःकरण रूप कड़ाई विच इच्छा रूप तेल पाया होया तृष्णा रूप अग दे नाल सड़ रहा सी वो बुझ गया है। गुर शीतल नाम दियो क्योंकि पूर्ण गुरा ने शांत करने वाला नाम अमृत दे देता है।
ਕੜਾਇਆ ਜਿਹੜਾ ਤ੍ਰਿਸ਼ਨਾ ਦੀ ਅੱਗ ਦੇ ਨਾਲ ਤਪ ਰਿਹਾ ਸੀ, ਵਿਕਾਰਾਂ ਦੀ ਅੱਗ ਨਾਲ ਤਪ ਗਿਆ ਸੀ, ਉਹ ਅਗਨੀ ਹੁਣ ਬੁਝ ਗਈ। ਤੇ ਮਹਾਰਾਜ ਨੇ ਤਪ ਤੋਂ ਮਾਹੇ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਪਾਈ। ਸੜਦੇ ਪੁੱਜਦੇ ਹਿਰਦੇ ਵਿੱਚ ਠੰਡ ਵਰਤਾ ਦਿੱਤੀ। ਆ ਬਾਰਿਸ਼ ਪੈਣ ਤੋਂ ਕਿੰਨਾ ਸੁੱਖ ਮਿਲਦਾ, ਕਿੰਨੀ ਅੱਤ ਦੀ ਗਰਮੀ ਪੈ ਰਹੀ ਹੈ, ਪਰ ਬਾਰਿਸ਼ ਪੈਣ ਤੋਂ ਰਾਤ ਨੂੰ ਕਈ ਵਾਰ ਚਾਦਰ ਲੈਣੀ ਪੈਂਦੀ ਹੈ, ਇੰਨੀ ਠੰਡ ਲੱਗਦੀ ਹੈ। ਇਹ ਰੱਬ ਦੀ ਕੁਦਰਤੀ ਹੈ। ਸੋ ਇੰਜ ਸਾਚ ਨਾਮ ਕੀ ਅੰਮ੍ਰਿਤ ਵਰਖਾ, ਬਾਹਰ ਵੇਖੋ ਅੱਗ ਵਰਸ ਰਹੀ ਹੈ, ਪਰ ਇੱਥੇ ਸੱਚੇ ਨਾਮ ਦੇ ਅੰਮ੍ਰਿਤ ਦਾ ਕੀਰਤਨ, ਕਥਾ ਵਿਚਾਰ, ਗੁਰਬਾਣੀ ਦੇ ਪਾਠ ਦੀ ਵਰਖਾ ਪੈਣ ਤੋਂ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਰਹੀ ਹੈ। ਇਸ ਵਾਸਤੇ ਜਿੰਨਾ ਮਰਜੀ ਕੋਈ ਯਤਨ ਕਰੇ, ਗੁਰੂ ਸਾਹਿਬ ਦੀ ਬਾਣੀ ਤੋਂ ਬਗੈਰ ਮਨ ਸ਼ਾਂਤ ਨਹੀਂ ਹੋ ਸਕਦਾ ਹੈ। ਨੈ ਸੀਤਲੰਗ ਚੰਦਰ ਦੇਵ, ਨੈ ਸੀਤਲੰਗ ਬਾਮਣ ਚੰਦਨ, ਨੈ ਸੀਤਲੰਗ ਸੀਤੁਰਤੇਨ, ਤੇ ਨਾਨਕ ਸੀਤਲੰਗ ਸਾਧ ਸਵਜਨ। ਸਾਧੂਆਂ ਦੀ ਸੰਗਤ ਵਿੱਚ ਕਿਉਂਕਿ ਕੀਰਤਨ ਜੋ ਹੁੰਦਾ, ਇਸ ਵਾਸਤੇ ਸੀਤਲ ਠੰਡੀ ਹੈ। ਇਉਂ ਸਾਧ ਸੰਗਤ ਜੀਓ, ਗੁਰੂ ਸਾਹਿਬ ਨੇ ਕਿਰਪਾ ਕਰਕੇ ਸੋ ਤਨ ਸੀਤਲ ਮਨ ਸੀਤਲ ਥੀ ਹੈ, ਤਨ ਮਨ ਸਾਡਾ ਠੰਡਾ ਠਾਰ ਕਰ ਦਿੱਤਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਸੰਸਾਰ ਦੀ ਕਲਿਆਣ ਵਾਸਤੇ ਪਹਿਲੀ ਉਦਾਸੀ ਵਿੱਚ ਵਿਚਰ ਰਹੇ ਸੀ, ਉਸ ਵੇਲੇ ਰਾਜਾ ਸ਼ਿਵ ਨਾਮ ਨੂੰ ਆਤਮਿਕ ਉਪਦੇਸ਼ ਦੁਆਰਾ ਨਿਹਾਲ ਕਰਕੇ ਅਸਾਮ ਰਾਜ, ਤ੍ਰਿਆ ਰਾਜ ਤੋਂ ਅੱਗੇ ਜਾ ਕੇ ਭਰਥਰੀ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦੇ ਕੇ ਨਿਰੰਕਾਰ ਨਾਲ ਜੋੜਿਆ। ਜਦੋਂ ਸਤਿਗੁਰੂ ਜੀ ਇੱਕ ਰਾਖਸ਼ ਦਾ ਉਧਾਰ ਕਰਨ ਲਈ ਜਾ ਰਹੇ ਸਨ, ਗੁਰੂ ਜੀ ਨੇ ਭਾਈ ਮਰਦਾਨੇ ਜੀ ਦੇ ਮਨ ਨੂੰ ਪ੍ਰੇਰ ਦਿੱਤਾ। ਉਸ ਪ੍ਰੇਰੇ ਹੋਏ ਮਰਦਾਨੇ ਦੇ ਮਨ ਵਿੱਚ ਕਲਪਨਾ ਉੱਠੀ, ਪਰਿਵਾਰ ਦਾ ਮੋਹ ਜਾਗ ਪਿਆ, ਤੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਮੇਰਾ ਮਨ ਬੜਾ ਉਦਾਸ ਹੋ ਰਿਹਾ ਹੈ ਜੀ, ਜੇਕਰ ਗੁਰੂ ਜੀ ਆਪ ਆਗਿਆ ਦੇ ਦੇਵੋ ਤਾਂ ਮੈਂ ਆਪਣੇ ਘਰ ਚਲਿਆ ਜਾਵਾਂ। ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਤੂੰ ਸਾਡਾ ਸਾਥ ਛੱਡ ਕੇ ਨਾ ਜਾ ਗੁਰਮੁਖਾ, ਇੱਥੇ ਰਸਤੇ ਵਿੱਚ ਬੜੀ ਭਾਰੀ ਬਲਾ ਰਹਿੰਦੀ ਹੈ, ਤੈਨੂੰ ਉਹਨੇ ਖਾ ਜਾਣਾ ਹੈ। ਤੂੰ ਕਿਉਂ ਆਪਣੇ ਮਨ ਨੂੰ ਉਦਾਸ ਕਰਦਾ ਪਿਆ? ਤੈਨੂੰ ਸਾਰੀ ਧਰਤੀ ਦੀ ਸੈਰ ਕਰਵਾ ਰਹੇ ਹਾਂ, ਇਸ ਲਈ ਤੂੰ ਖੁਸ਼ੀ ਦੇ ਸਹਿਤ ਸਾਡੇ ਨਾਲ ਰਹਿਣਾ ਕਰ, ਤੇਰਾ ਇੱਥੇ ਰਹਿਣਾ ਹੀ ਸੁਖਦਾਈ ਹੈ। ਸਤਿਗੁਰੂ ਜੀ ਨੇ ਬੜੇ ਪ੍ਰੇਮ ਦੇ ਬਚਨ ਕਰਕੇ ਸਮਝਾਇਆ, ਪਰ ਭਾਈ ਮਰਦਾਨਾ ਜੀ ਨੇ ਘਰ ਜਾਣ ਦੀ ਜਿੱਦ ਕੀਤੀ। ਤਾਂ ਸਤਿਗੁਰੂ ਜੀ ਨੇ ਭਾਈ ਬਾਲੀ ਨੂੰ ਸਮਝਾਉਣ ਵਾਸਤੇ ਕਿਹਾ। ਭਾਈ ਬਾਲੀ ਨੇ ਮਰਦਾਨੇ ਨੂੰ ਕਿਹਾ, ਤੂੰ ਕਿਉਂ ਬੋਲ ਰਿਹਾ ਗੁਰਮੁਖਾ? ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਦਾ ਸਰਗੁਣ ਸਰੂਪ ਨੇ, ਐਸੇ ਗੁਰੂ ਦਾ ਸੰਗ ਛੱਡ ਕੇ ਪਰਿਵਾਰ ਦੇ ਮੋਹ ਵਿੱਚ ਫਸ ਜਾਣਾ ਵੱਡੀ ਭਾਰੀ ਮੂਰਖਤਾ ਦੀ ਨਿਸ਼ਾਨੀ ਹੈ। ਇੰਨੇ ਬਚਨ ਕਰਨ ਤੋਂ ਵੀ ਭਾਈ ਮਰਦਾਨਾ ਜਦ ਨਾ ਮੰਨਿਆ ਤੇ ਸਤਿਗੁਰੂ ਜੀ ਦਾ ਸੰਗ ਛੱਡ ਕੇ ਗੁੱਸੇ ਹੋ ਕੇ ਇਕੱਲਾ ਹੀ ਆਪਣੇ ਘਰ ਜਾਣ ਵਾਸਤੇ ਤੁਰ ਪਿਆ। ਰਸਤੇ ਵਿੱਚ ਇੱਕ ਬਹੁਤ ਭਿਆਨਕ ਰਾਖਸ਼ ਰਹਿੰਦਾ ਸੀ। ਜਦੋਂ ਭਾਈ ਮਰਦਾਨਾ ਉੱਥੇ ਪਹੁੰਚਿਆ ਤਾਂ ਉਹ ਰਾਖਸ਼ ਭਾਈ ਮਰਦਾਨੇ ਨੂੰ ਫੜ ਕੇ ਆਪਣੇ ਸਥਾਨ 'ਤੇ ਲੈ ਗਿਆ। ਉਸ ਵੇਲੇ ਮਰਦਾਨਾ ਡਰ ਨਾਲ ਕੰਬਣ ਲੱਗ ਪਿਆ, ਮੂੰਹ ਸੁੱਕ ਗਿਆ ਤੇ ਚਿਹਰੇ ਦਾ ਰੰਗ ਪੀਲਾ ਪੈ ਗਿਆ, ਤੇ ਸੋਚਦਾ ਕਿ ਮੈਂ ਗੁਰੂ ਦਾ ਬਚਨ ਨਹੀਂ ਮੰਨਿਆ ਤੇ ਮੇਰਾ ਅੰਤ ਸਮਾਂ ਹੁਣ ਨੇੜੇ ਆ ਗਿਆ ਹੈ। ਪਰ ਮਨ ਵਿੱਚ ਸੋਚਦਾ ਹੈ ਕਿ ਭਾਵੇਂ ਮੈਂ ਗੁਰੂ ਦਾ ਬਚਨ ਨਾ ਮੰਨ ਕੇ ਅਪਰਾਧ ਕੀਤਾ ਹੈ, ਹਮ अपराध पाप वो कीने कर दुष्टि चोर चुराया, अब नानक शरणागत आए हर रखो लाज हर पाया। पर फिर भी जिमें गुरु जी ਨੂੰ ਸ਼ਰਧਾ ਸੰਯੁਕਤ ਯਾਦ ਕਰਾਂਗਾ ਤਾਂ ਸਤਿਗੁਰੂ ਜੀ ਬੜੇ ਦਿਆਲੂ ਕਿਰਪਾਲੂ ਨੇ, ਮੈਨੂੰ ਆਪਣਾ ਸੇਵਕ ਜਾਣ ਕੇ ਮੇਰੀ ਜ਼ਰੂਰ ਰੱਖਿਆ ਕਰਨਗੇ। ਇਸ ਤਰ੍ਹਾਂ ਦੀ ਵਿਚਾਰ ਕਰਕੇ ਅੰਦਰ ਧਿਆਨ ਹੋ ਕੇ ਗੁਰੂ ਚਰਨਾਂ 'ਚ ਅਰਦਾਸਾਂ ਕਰਦਾ, ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਇਸ ਰਾਖਸ਼ ਤੋਂ ਬਚਾਓ ਜੀ, ਮੁੜ ਕੇ ਕਦੇ ਵੀ ਮੈਂ ਆਪ ਜੀ ਦੇ ਬਚਨਾਂ ਨੂੰ ਨਹੀਂ ਮੋੜਾਂਗਾ। ਤੁਸੀਂ ਗਰੀਬਾਂ ਦੀ ਰੱਖਿਆ ਕਰਨ ਵਾਲੇ ਹੋ, ਆਪਣੇ ਦਾਸਾਂ ਨੂੰ ਭੈ ਤੋਂ ਮੁਕਤ ਕਰਨ ਵਾਲੇ ਹੋ। ਭਾਈ ਮਰਦਾਨੇ ਦੀ ਅਰਦਾਸ ਸੁਣ ਕੇ ਸਤਿਗੁਰੂ ਜੀ ਨੇ ਉਸੇ ਛਣ ਆਪਣੇ ਮੁਖਾਰ ਬਿੰਦ ਤੋਂ ਭਾਈ ਬਾਲੀ ਨੂੰ ਬਚਨ ਕੀਤਾ ਕਿ ਬਾਲਿਆ, ਮਰਦਾਨੇ ਨੂੰ ਇੱਕ ਰਾਖਸ਼ ਨੇ ਫੜ ਲਿਆ ਈ ਉਹ, ਤੇ ਉਹ ਉਹਨੂੰ ਤੇਲ ਦੀ ਕੜਾਹੀ 'ਚ ਤਲ ਕੇ ਖਾ ਜਾਏਗਾ। ਤੇਰਾ ਕੀ ਇਰਾਦਾ ਹੈ? ਉਹਦਾ ਰਾਮ ਨਾਮ ਸੱਤ ਹੋਣ ਦਈਏ ਕਿ ਉਹਨੂੰ ਬਚਾ ਲਈਏ? ਜਾਂਦਾ ਜਾਣ ਦਈਏ?
बड़ा उल्टा सीधा बोलदा, लड़दा ही रहिंदा, झगड़दा रहिंदा। तेरे की विचार ने? क्योंकि गुरु साहब जी जदों दा भाई मरदाना विछड़िया, अंतरजामी सन, उत्थे ही बैठ गए। भाई बाला जी कहन लगा, जी किधर नूं चलना है? सतगुरु जी कहन लगे, किते नहीं जाना, इत्थे ही बैठना है। साडा दिल ही नहीं करता किते जान नूं। होर रबाब मैं चुकूंगा, तैनूं वजाउणी नहीं आउंदी। रबाब वाला बंदा साडा रबाब रख के तुर पिया। हुण दस आपां की करांगे? सतगुरु जी का दिलों प्यार सीगा मरदाने नाल। महाराज कहंदे हुण मेरा तो कि भी कदम पुट्टण नूं जी नहीं करता जदों साथ बंदे दा विछड़ जाए। सतगुरु नानक देव जी बड़े मलापड़े सुभाव वाले होए, और भाई बाले ते मरदाने दा एक सेकेंड वसा नहीं खादा, आपदे अंग संग रखिया। ये गुरु जी का प्यार सीगा संगत दे नाल। 250 मील की दूरी ते मरदाने ने याद किया। 250 मील तुसीं वेखो, साडा अमृतसर इथों 250 मील है, तो मैं घड़ी ते टाइम नोट करके घरों तोड़दा। जिन्ना मर्जी भज भुज के चढ़ीए 6 घंटे लग ही जाते हैं। जिन्ना भजांगे थक जावांगे। राह दे विच 15-20 मिनट, अद्धा घंटा किते ना किते रुकना पएगा। तो इस वास्ते नॉर्मल 6 घंटे ने घर तो घर तक। जे बहुता भी बंदा दौड़ भज करे, किन्ना के तेज करूगा? 4-4.5 घंटे का नॉर्मल ही ने। तो इस वास्ते तुर के जाना कितना औखा सीगा, पर गुरु साहब का प्यार सीगा। भाई बाले नूं कहंदे भी दस हुण की करिए? वो कहन लगा, जी तिन्ने लोग तुहाडे हुक्म चलदे ने, तुहाडे वचन व्यर्थ किवें हो सकदे ने? जे बला नहीं भी होनी, तुसीं कहा सी राह च बला है, तुहाडे वचन की बला बन गई होगी। महाराज आपने तो उन्होंने बड़ा रोकिया, पर उन्हें परिवार के मोह च आके तुहाडे वचनों नूं नहीं मन्निया, जिस करके उन्हें सज़ा मिल लगी है। अफल बचन क्यों होए तुम्हारा, जे के 3 लोग अनुसारा, रहे हटाए न माने मूढ़ा, निज कुटुंब के मोह अरूढ़ा। सतगुरु जी ने कहा, भाई बालिया मरदाना साडा साथी है, ਉਹਦੇ ਨਾਲ ਸਾਥ ਲਈ ਦੀ ਸਾਨੂੰ ਲਾਜ ਤੇ ਨਾਲੇ ਉਸ ਨਾਲ ਸਾਡਾ ਪਰਮਾਰਥੀ ਕਾਰਜ ਹੈ। ਇਸ ਕਰਕੇ ਆਪਾਂ ਨੇ ਉਹਨੂੰ ਰਾਖਸ਼ ਤੋਂ ਛਡਾਉਣਾ ਹੈ। ਭਾਈ ਸਾਹਿਬ ਕਹਿਣ ਲੱਗੇ ਕਿ ਕਿੰਨੀ ਕੁ ਦੂਰ ਹੈ ਜੀ ਜਿੱਥੇ ਆਪਾਂ ਜਾਣਾ, ਕਿਤੇ ਸਾਡੇ ਜਾਣ ਤੋਂ ਪਹਿਲਾਂ ਹੀ ਰਾਖਸ਼ ਮਰਦਾਨੇ ਨੂੰ ਨਾ ਖਾ ਜਾਏ। ਤਾਂ ਗੁਰੂ ਜੀ ਕਹਿਣ ਲੱਗੇ, ਭਾਈ ਬਾਲਿਆ ਇੱਥੋਂ ਜ਼ਿਆਦਾ ਦੂਰ ਨਹੀਂ, ਤੇ ਇਹ ਲਗਭਗ 11 ਕੋਹ ਦੀ ਵਿੱਥ 'ਤੇ ਹੈ जिथे मरदाना फड़िया होया है। वैसे आम इतिहासकारों ने 250 मील की दूरी लिखी है, तो इत्थे 11 कोह का जिक्र आ रहा है। कहते परमेश्वर भली करेगा, आपां नूं समय दे पहुँच के छुड़वा लेना। कुछ समय बाद ही सतगुरु जी उत्थे पहुँच गए जिथे मरदाने नूं फड़िया होया सी। मरदाने नूं कहन लगे, दोहरा मरदाने को देख कर विकसित गिरा अलाए, क्यों बैठे कर जात न सुध निज देहों बताए। सतगुरु जी नूं देख के ते बचन सुन के मरदाना बड़ा लज्जावान होया, सिर नीवा कर लिया, ते मन च बड़ा खुश होया कि हुण मैनूं गुरु जी बचा लैणगे ते मेरा हुण नवां जन्म होया। सतगुरु जी राक्षस नूं नज़र नहीं पै रही सन। भाई मरदाना गुरु जी नूं वेख रहा सी। जदों तेल अग दे समान तप गया तो राक्षस ने बड़े बल नाल फड़ के भाई मरदाने नूं कड़ाई च सुट दिता। उस वेले भाई मरदाने ने बड़ा बेबल होकर बेनती की कि हे सतगुरु नानक देव जी कृपा करके मेरी रखिया करो, इस समय मेरी औगण ना चितारो जी, कृपा करके अपनी बिरद की लाज रखते हुए मेरी रखिया करो। जद कौडे राक्षस ने भाई मरदाने नूं कड़ाई च सुटिया तो सतगुरु जी ने कृपा भरी दृष्टि एहो जी भाई कड़ाई वाल वेखिया कि तपत कड़ा है बुझ गया, गुर शीतल नाम दियो। मरदाने नूं शीतल नाम जो दिता होया सी, नाम दा कीर्तन करदा करदा नाम उहदे हिरदे च वसिया होया सी। कड़ाया जिहड़ा तेल दा तप रहा सी, मरदाने शरीर नाल स्पर्श करदियां सारी सर्दी दी रुत दे पानी वांग ठंडा ठार हो गया।
ਜਦ ਕੜਾਹਾ ਬਿਲਕੁਲ ਠੰਡਾ ਹੋ ਗਿਆ ਤੇ ਗੁਰੂ ਜੀ ਨੇ ਆਪਣਾ ਸਰੂਪ ਰਾਖਸ਼ ਨੂੰ ਦਿਖਾਇਆ ਤਾਂ ਕੌਡਾ ਬੋਲਿਆ, ਕੋ ਹੈ ਤੂੰ ਕਿਹ ਤੇ ਚੱਲ ਆਇਓ, ਤਪਤ ਕਰਾਹਾ ਜਿਨ ਸਿਤ ਲਾਇਓ। ਸਤਿਗੁਰੂ ਜੀ ਨੇ ਕੌਡੇ ਰਾਖਸ਼ ਨੂੰ ਕਿਹਾ, ਕੌਡਿਆ ਤੈਨੂੰ ਖਾਣ ਵਿੱਚ ਦੇਰ ਕਿਉਂ ਕਰਦਾ, ਖਾਂਦਾ ਕਿਉਂ ਨਹੀਂ। ਜਦ ਗੁਰੂ ਜੀ ਨੇ ਕੌਡੇ ਦਾ ਨਾਂ ਲਿਆ ਤਾਂ ਕੌਡਾ ਬੜਾ ਹੈਰਾਨ ਹੋਇਆ ਕਿ ਮੇਰੇ ਨਾਮ ਦਾ ਇਹਨਾਂ ਨੂੰ ਪਤਾ ਕਿਵੇਂ ਲੱਗਿਆ, ਮੈਂ ਤਾਂ ਇਹਨਾਂ ਨੂੰ ਪਹਿਲਾਂ ਕਦੇ ਮਿਲਿਆ ਵੀ ਨਹੀਂ। ਇਸ ਤਰ੍ਹਾਂ ਕਹਿੰਦਿਆਂ ਹੀ ਕੌਡੇ ਰਾਖਸ਼ ਨੂੰ ਪਿਛਲੇ ਜਨਮ ਦਾ ਗਿਆਨ ਹੋਇਆ। ਅਰਨਿਕ ਸ਼ੀਸ਼ਾ ਜਿਸ ਦਾ ਨਾਮ ਆਦਮ ਸ਼ਨਾਖਤ ਸ਼ੀਸ਼ਾ ਸੀ, ਉਹ ਸ਼ੀਸ਼ੇ ਵਿੱਚ ਗੁਰੂ ਸਾਹਿਬ ਜੀ ਦਾ ਸਰੂਪ ਦੇਖ ਕੇ ਚਰਨੀ ਬਹਿ ਗਿਆ ਔਰ ਬਹੁਤ ਦੀਨ ਹੋ ਕੇ ਬੇਨਤੀ ਕਰਨ ਲੱਗਾ, ਜੀ ਮੇਰਾ ਉਧਾਰ ਕਰੋ, ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਉਡੀਕ ਰਿਹਾ। ਗੁਰੂ ਜੀ ਨੇ ਪੁੱਛਿਆ ਕਿ ਸਾਨੂੰ ਕਿਵੇਂ ਤੂੰ ਉਡੀਕ ਰਿਹਾ ਸੀ। ਤਦ ਉਹਨੇ ਆਪਣੀ ਸਾਰੀ ਵਾਰਤਾ ਕਹਿ ਸੁਣਾਈ ਕਿ ਮੇਰੇ ਕੋਲੋਂ ਮੇਰੇ ਗੁਰੂ ਦਾ ਨਿਰਾਦਰ ਹੋ ਗਿਆ ਸੀ, ਕਿਉਂਕਿ ਮੈਂ ਰਸੋਈ ਤਿਆਰ ਕਰਕੇ ਆਪ ਭੋਜਨ ਪਹਿਲਾਂ ਖਾ ਜਾਂਦਾ ਸੀ ਅਤੇ ਗੁਰੂ ਜੀ ਨੂੰ ਬਾਅਦ ਵਿੱਚ ਦਿਆ ਕਰਦਾ ਸੀ। ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਣ ਕਰਕੇ ਉਹਨਾਂ ਮੇਰੀ ਰਾਖਸ਼ੀ ਬੁੱਧੀ ਵਾਲਾ ਹੋਣ ਦਾ ਸ਼ਰਾਪ ਦੇ ਦਿੱਤਾ ਮੈਨੂੰ। ਅਤੇ ਜਦ ਮੈਂ ਉਹਨਾਂ ਦੇ ਚਰਨ ਫੜ ਕੇ ਬੇਨਤੀ ਕੀਤੀ ਕਿ ਮੇਰਾ ਸ਼ਰਾਪ ਕਦ ਮਿਟੇਗਾ, ਤਾਂ ਉਹਨਾਂ ਨੇ ਮੇਰੇ 'ਤੇ ਤਰਸ ਕਰਕੇ ਇਹ ਆਦਮੀ ਸ਼ਨਾਖਤ ਸ਼ੀਸ਼ਾ ਮੈਨੂੰ ਦੇ ਦਿੱਤਾ। ਇਹ ਸ਼ੀਸ਼ੇ 'ਚ ਮਨੁੱਖ ਦੇ ਪਿਛਲੇ ਜਨਮ ਦੀ ਫੋਟੋ ਦਿਖਦੀ ਹੈ। ਜਿਸ ਜਨਮ 'ਚੋਂ ਕੋਈ ਆਇਆ, ਕੁੱਤਾ ਬਿੱਲੀ ਆਦਿਕ ਸ਼ਕਲ ਆਉਂਦੀ ਹੈ। ਮੇਰੇ ਗੁਰੂ ਜੀ ਨੇ ਕਿਹਾ ਕਿ ਜਿਸ ਆਦਮੀ ਦੀ ਸ਼ਕਲ ਜਿਸ ਤਰ੍ਹਾਂ ਦਾ ਹੋਵੇ, ਜਿਉਂਦੀ ਤਿਉਂ ਇਸ ਸ਼ੀਸ਼ੇ ਵਿੱਚ ਆਏ, ਉਹੀ ਤੇਰੀ ਮੁਕਤੀ ਦਾ ਦਾਤਾ ਹੋਵੇਗਾ। ਮੈਂ ਹਰੇਕ ਮਨੁੱਖ ਦਾ ਮੂੰਹ ਸ਼ੀਸ਼ਾ ਰੱਖ ਕੇ ਸ਼ਨਾਖਤ ਕਰ ਲੈਂਦਾ ਸੀ ਅਤੇ ਫਿਰ ਉਹਨੂੰ ਭੁੰਨ ਕੇ ਖਾ ਜਾਂਦਾ ਸੀ, ਪਰ ਮਰਦਾਨੇ ਵਾਰੀ ਮੈਨੂੰ ਇਹ ਚੇਤਾ ਹੀ ਭੁੱਲ ਗਿਆ। ਫਿਰ ਸਤਿਗੁਰੂ ਜੀ ਨੇ ਕਿਹਾ ਕਿ ਤੇਰਾ ਉਧਾਰ ਤਾਂ ਹੋਵੇਗਾ ਜੇਕਰ ਤੂੰ ਮੇਰੇ ਸਿੱਖ ਮਰਦਾਨੇ ਦੇ ਪੈਰੀਂ ਪਵੇਂਗਾ, ਕਿਉਂਕਿ ਤੇਰਾ ਗੁਰੂ ਇਹੀ ਹੈ, ਇਹਨੇ ਹੀ ਸਾਨੂੰ ਬੁਲਾਇਆ, ਇਹਦੇ ਚਰਨਾਂ ਵਿੱਚ ਤੇਰਾ ਉਧਾਰ ਹੋ ਰਿਹਾ। ਜਿਹਦਾ ਤੂੰ ਨਿਰਾਦਰ ਕੀਤਾ ਉਹਦੇ ਪੈਰ ਫੜ ਅਤੇ ਉਹਦੇ ਤੋਂ ਹੀ ਮਾਫੀ ਮੰਗ। ਇਹ ਮਹਾਂਪੁਰਖ ਬ੍ਰਹਮ ਗਿਆਨੀ ਹੋ, ਇਹ ਕੋਈ ਆਮ ਨਹੀਂ ਹੈ। ਤਾਂ ਉਹਨੇ ਹੱਥ ਜੋੜ ਕੇ ਕਿਹਾ ਕਿ ਇਹ ਤਾਂ ਤੁਹਾਡਾ ਸਿੱਖ ਹੈ ਜੀ, ਜੇਕਰ ਤੁਸੀਂ ਮੈਨੂੰ ਕਿਸੇ ਕੁੱਤੇ ਦੇ ਪੈਰੀ ਪਾਉਣ ਬਾਬਤ ਵੀ ਕਹੋਗੇ, ਮੈਂ ਉਹਦੇ ਵੀ ਪੈਰੀ ਪੈ ਜਾਵਾਂਗਾ। ਇਹ ਕਹਿ ਕੇ ਉਹਨੇ ਮਰਦਾਨਾ ਸਾਹਿਬ ਜੀ ਦੇ ਪੈਰ ਪਕੜ ਲਏ। ਤਦੋਂ ਸਤਿਗੁਰੂ ਜੀ ਨੇ ਉਹ ਕੌਡੇ ਰਾਖਸ਼ ਦਾ ਉਧਾਰ ਕੀਤਾ, ਸਿੱਧੇ ਰਸਤੇ ਪਾ ਕੇ ਉਹਦੀ ਬੁੱਧ ਟਿਕਾਣੇ ਲਿਆਂਦੇ, ਉਹਨੂੰ ਗਰੀਬਾਂ ਦਾ ਮਦਦਕਾਰ ਅਤੇ ਦਿਆਲੂ ਬਣਾਇਆ। ਇਉਂ ਪਾਤਸ਼ਾਹ ਜੀ ਫਰਮਾਉਂਦੇ ਨੇ, ਤਬਤ ਕੜਾਹਾ ਬੁਝ ਗਿਆ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਪਦਾ ਕੜਾਇਆ ਵੀ ਠੰਡਾ ਠਾਰ ਹੋ ਜਾਂਦਾ, ਬੁਝ ਜਾਂਦਾ ਹੈ। ਗੁਰ ਸੀਤਲ ਨਾਮ ਦਿਓ। ਗੁਰੂ ਸਾਹਿਬ ਨੇ ਇਹੋ ਜਿਹਾ ਸੀਤਲ ਨਾਮ ਬਖਸ਼ਿਸ਼ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਪੰਜਵੇਂ ਪਾਤਸ਼ਾਹ ਦੇ ਵੇਲੇ ਇੱਕ ਸਿੱਖ ਸ਼ਾਹੂਕਾਰ ਦੇ ਕੋਲ ਕੋਈ ਗਰੀਬ ਸਿੱਖ ਪੈਸੇ ਰੱਖ ਕੇ ਗਿਆ ਸੀ, ਉਹਨੂੰ ਚੇਤਾ ਭੁੱਲ ਗਿਆ ਉਹਨੂੰ ਲਿਖਣ ਦਾ। ਫਿਰ ਉਹ ਤੇਲ ਦੇ ਕੜਾਹੇ 'ਚ ਹੱਥ ਪਵਾਇਆ ਸੀਗਾ। ਇਹ ਸਾਧ ਸੰਗਤ ਜੀ, ਉਹ ਸਿੱਖ ਦਾ ਹੱਥ ਦਾ ਜਿਉਂਦਾ ਤਿਉਂ ਰਹਿ ਗਿਆ, ਪਰ ਜਿਹੜਾ ਪੈਸੇ ਦੇ ਕੇ ਗਿਆ ਸੱਚਾ ਬੰਦਾ, ਉਹਦਾ ਹੱਥ ਸੜ ਗਿਆ ਸੀਗਾ। ਇਹ ਪੰਜਵੇਂ ਪਾਤਸ਼ਾਹ ਦੇ ਕੋਲੋਂ ਆ ਕੇ ਸਪਸ਼ਟੀਕਰਨ ਲਿਆ ਕਿ ਮਹਾਰਾਜ ਵੀ ਇਹ ਝੂਠਾ ਸੀ, ਮੈਂ ਸੱਚਾ ਕਿਵੇਂ ਮੇਰਾ ਹੱਥ ਸੜ ਗਿਆ। ਕਿਉਂਕਿ ਬਾਅਦ 'ਚ ਉਹਨੂੰ ਚੇਤਾ ਆ ਗਿਆ, ਉਹਨੇ ਪੈਸੇ ਵਾਪਸ ਕਰ ਦਿੱਤੇ। ਉਹ ਹੈਰਾਨ ਹੋ ਗਿਆ, ਕਹਿਣ ਲੱਗਾ ਮੈਨੂੰ ਚੇਤਾ ਭੁੱਲ ਗਿਆ ਸੀ। ਕਿਉਂਕਿ ਉਹਨੇ ਆ ਕੇ ਸਾਰੀ ਦੁਕਾਨ ਖੋਲ੍ਹੀ, ਸਾਰਾ ਲਿਖਤ ਪੜ੍ਹਤ ਵੇਖੀ ਵੀ ਬੰਦਾ ਐਵੇਂ ਤਾਂ ਹੱਥ ਪਾਉਂਦਾ ਨਹੀਂ, ਕੁਛ ਨਾ ਕੁਛ ਉਹਦੇ ਵਿੱਚ ਸੱਚਾਈ ਹੈ। ਅਤੇ ਪੈਸੇ ਜਿਹੜੀਆਂ ਮੋਹਰਾਂ ਉਹਦੀਆਂ ਲੱਭ ਗਈਆਂ। ਕਹਿੰਦੇ ਮਹਾਰਾਜ ਇਹ ਸਿੱਖ ਝੂਠਾ ਹੋਣ ਕਰਕੇ ਕਿਉਂ ਬਚ, ਕਹਿੰਦੇ ਇਹਦਾ ਭਰੋਸਾ ਸੀ ਸਾਡੇ ਚਰਨਾਂ 'ਤੇ, ਅਰੇ ਜਾਣ ਕੇ ਝੂਠ ਨਹੀਂ ਸੀ ਬੋਲ ਰਿਹਾ, ਅਤੇ ਸਾਨੂੰ ਇਹ ਧਿਆ ਰਿਹਾ ਸੀ, ਇਹਦੀ ਮਦਦ ਕੀਤੀ। ਤੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਧਿਆਉਂਦਾ ਰਿਹਾ। ਤੂੰ ਇੰਝ ਜੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਉਹਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ। ਜਬ ਤੇ ਸਾਧੂ ਸੰਗ ਪਿਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿ ਜਦੋਂ ਤੋਂ ਸਾਧੂ ਸ੍ਰੇਸ਼ਟ ਜਨਾਂ ਦਾ ਸੰਗ ਸਾਥ ਪ੍ਰਾਪਤ ਹੋਇਆ ਹੈ, ਤਾਂ ਛੋੜ ਗਏ ਨਿਗਹਾਰ। ਤਦ ਤੋਂ ਸਾਡੇ 'ਤੇ ਬੁਰੀ ਨਜ਼ਰ ਰੱਖਣ ਵਾਲੇ
ਜਾਂ ਸਾਡੇ ਤੇ ਨਜ਼ਰ ਰੱਖਣ ਵਾਲੇ ਚਿੱਤਰਗੁਪਤ ਜਾਂ ਕਾਮ ਆਦਿਕ ਵਿਕਾਰ ਜਾਂ ਯਮਦੂਤ ਛੱਡ ਕੇ ਭੱਜ ਕੇ ਚਲੇ ਗਏ ਨੇ। ਜਿਸ ਕੀ ਅਟਕ ਤਿਸ ਤੇ ਛੁਟੇ, ਜਿਸ ਵਾਹਿਗੁਰੂ ਨੇ ਅਗਿਆਨ ਦੀ ਰੋਕ ਪਾਈ ਹੋਈ ਸੀ ਜਾਂ ਮਾਇਆ ਦੇ ਮੋਹ ਦੀ ਅਟਕਾਰ ਪਾ ਛੱਡੀ ਸੀ, ਉਹ ਉਸੇ ਪਰਮੇਸ਼ਰ ਦੀ ਭਗਤੀ ਕਰਨ ਤੋਂ ਛੁੱਟ ਗਈ ਹੈ। ਤਉ ਕਹਾਂ ਕਰੈ ਕੋਟਵਾਰ, ਤਾਂ ਹੁਣ ਸਰੀਰ ਦਾ ਧਰਮ ਰਾਜਾ ਰੂਪ ਕੋਤਵਾਲ ਕੀ ਕਰ ਸਕਦਾ? ਭਾਵ ਕੁਝ ਵੀ ਵਿਗਾੜ ਨਹੀਂ ਸਕਦਾ। ਚੂਕਾ ਭਾਰਾ ਕਰਮ ਕਾ, ਸਕਾਮ ਕਰਮਾਂ ਦਾ ਜਾਂ ਸਕਾਮ ਕਰਮਾਂ ਦੀ ਹੰਗਤਾ ਦਾ ਜਿਹੜਾ ਭਾਰਾ ਬੋਝ ਵੀ ਅੰਤੈ ਕਰਨ ਤੋਂ ਚੁੱਕਿਆ ਗਿਆ, ਨਿਵਰਤ ਹੋ ਗਿਆ ਹੈ। ਹੋਏ ਨਿਹ ਕਰਮਾ, ਇਸ ਕਰਕੇ ਹੁਣ ਕਰਮਾਂ ਤੋਂ ਰਹਿਤ ਨਿਸ਼ਕਾਮੀ ਹੋ ਗਏ ਹਾਂ। ਸਾਗਰ ਤੇ ਕੰਡਾ ਚਾੜੇ, ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਜਾਂ ਵਿਵੇਕ ਰੂਪ ਕਿਨਾਰੇ ਤੇ ਚੜ ਗਏ ਹਾਂ। ਗੁਰ ਕੀਨੇ ਧਰਮਾ, ਇਹ ਸਤਿਗੁਰੂ ਸਾਹਿਬ ਜੀ ਨੇ ਪੁੰਨ ਕੀਤਾ ਹੈ ਜਾਂ ਸਤਿਗੁਰਾਂ ਨੇ ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕੀਤਾ, ਪਰਉਪਕਾਰ ਕੀਤਾ, ਧਰਮਾਂ ਵਾਲੇ ਕੀਤਾ ਹੈ। ਸਾਚ ਥਾਨ ਸਚ ਬੈਠਕਾ, ਜਿਸ ਵਾਹਿਗੁਰੂ ਨੇ ਸੱਚਾ ਸਾਧ ਸੰਗਤ ਰੂਪੀ ਸਾਨੂੰ ਥਾਂ ਦਿੱਤਾ ਬੈਠਣ ਵਾਸਤੇ, ਸੱਚਾ ਨਾਮ ਜਪਣ ਵਾਲਿਆਂ ਦੀ ਬੈਠਕ ਦਿੱਤੀ ਹੈ, ਇਹ ਸਭਾ ਦਿੱਤੀ ਹੈ ਜਿੱਥੇ ਕੇਵਲ ਸੱਚ ਦਾ ਹੀ ਕਥਨ ਕੀਤਾ ਜਾਂਦਾ, ਝੂਠ ਨਹੀਂ ਬੋਲਿਆ ਜਾਂਦਾ ਹੈ। ਸੱਚ ਸੁਆਉ ਬਣਾਇਆ, ਜਿਹਨੂੰ ਇਹ ਬਖਸ਼ਿਸ਼ ਹੋ ਗਈ ਉਹਨੂੰ ਸੱਚ ਨਾਮ ਦਾ ਸੁਆਉ ਲਾਭ ਬਣ ਆਇਆ ਹੈ। ਇਹ ਮਹਾਰਾਜ ਨੇ ਸਾਧ ਸੰਗਤ ਰੂਪੀ ਸੱਚਾ ਥਾਂ ਦਿੱਤਾ। ਸਾਧ ਸੰਗਤ ਦੇ ਵਿੱਚ ਮਿਲ ਕੇ ਚਿੱਤ ਨੂੰ ਅਸਥਿਤ ਕਰਨ ਵਾਲੇ ਪੁਰਖਾਂ ਦੀ ਬੈਠਕ ਵੀ ਸੱਚੀ ਉਹ ਸਾਨੂੰ ਬਖਸ਼ੀ ਹੈ, ਜਿੱਥੇ ਚੰਗੇ ਬੰਦਿਆਂ ਦੇ ਦਰਸ਼ਨ ਹੁੰਦੇ ਨੇ। ਇਸ ਵਕਤ ਗਿਣਤੀ ਭਾਵੇਂ ਥੋੜੀ ਹੁੰਦੀ ਹੈ, ਪਰ ਐ ਸਾਰੇ ਚੁੱਪਚਾਪ ਆਪਦੇ ਆਪ 'ਚ ਮਸਤ, ਕਿਉਂਕਿ ਆਏ ਭਜਨ ਕਰਨ ਲਈ ਨੇ। ਤੁਸੀਂ ਵੇਖੋ ਵੀ ਕਿਤੇ ਖਾਸ ਕਰਕੇ ਮਰਗ ਦੇ ਭੋਗ 'ਤੇ ਇੰਨਾ ਰੌਲਾ ਪੈਂਦਾ, ਕੋਈ ਗੱਲ ਕਿਸੇ ਦੇ ਕੰਨੀ ਨਹੀਂ ਪੈਂਦੀ, ਕਿਉਂਕਿ ਉੱਥੇ ਫਾਰਮੈਲਿਟੀ ਹੁੰਦੀ ਹੈ। ਉੱਥੇ ਲੋਕ ਸਿਰਫ ਦਿਖਾਲੀ ਦੇਣ ਆਉਂਦੇ ਨੇ, ਫਾਰਮੈਲਿਟੀ ਕਰਨ ਵੀ ਮਰਗ ਹੋ ਗਈ, ਚਲੋ ਆਪ ਦਾ ਆਪ ਦਿਖਾਈਏ। ਉੱਥੇ ਕੋਈ ਸੁਣਨ ਦੀ ਮਨਸਾ ਨਹੀਂ ਹੁੰਦੀ ਹੈ। ਤੋ ਇਸ ਵਾਸਤੇ ਇਹ ਜਿਹੜੀ ਬੈਠਕ ਹੈ ਅੰਮ੍ਰਿਤ ਵੇਲੇ ਦੀ, ਇਹ ਸਫਲੀ ਹੈ ਜਿੱਥੇ ਸੱਚ ਨਾਮ ਦਾ ਲਾਭ ਬਣ ਆਉਂਦਾ ਹੈ। ਇਸੇ ਪ੍ਰਕਾਰ ਸੱਚ ਥਾਨ ਸੱਚ ਬੈਠਕਾ, ਜਿਨ੍ਹਾਂ ਦਾ ਅੰਤःਕਰਨ ਰੂਪੀ ਸੱਚੇ ਨਾਮ ਵਾਲਾ ਸੱਚਾ ਸਥਾਨ ਬਣ ਗਿਆ, ਸੱਚ ਸੁਆਉ ਬਣਾਇਆ, ਉਹਨਾਂ ਨੂੰ ਤੁਰਿਆ ਪਦ ਰੂਪੀ ਸੱਚੀ ਬੈਠਕ ਪ੍ਰਾਪਤ ਹੋ ਗਈ, ਔਰ ਉਹਨਾਂ ਨੇ ਆਤਮਿਕ ਆਨੰਦ ਪ੍ਰਾਪਤੀ ਰੂਪ ਪ੍ਰਯੋਜਨ ਇਹ ਸੱਚਾ ਬਣਾ ਲਿਆ। ਸੱਚ ਪੂੰਜੀ ਸੱਚ ਵਖਾਰੋ, ਡਾਲਰ ਵੀ ਝੂਠੇ ਨੇ, ਪਾਉਂਡ ਵੀ ਝੂਠੇ ਨੇ, ਰੁਪਈਏ ਵੀ ਝੂਠੇ ਨੇ, ਜਿਸ ਤਰ੍ਹਾਂ ਆਉਂਦੇ ਉਸ ਤਰ੍ਹਾਂ ਹੀ ਤੁਰ ਜਾਂਦੇ ਨੇ, ਬਣਦਾ ਮੁਣਦਾ ਕੁਛ ਵੀ ਨਹੀਂ। ਸਾਰੀ ਦੁਨੀਆ ਰੋਂਦੀ ਫਿਰਦੀ ਹੈ, ਜਿਹਨੂੰ ਮਰਜ਼ੀ ਪੁੱਛ ਲਓ। ਜੋ ਸ਼ਰਧਾ ਰੂਪੀ ਸੱਚੀ ਰਾਸ ਪੂੰਜੀ ਤੇ ਪਰਮੇਸ਼ਰ ਦਾ ਲਾਭਦਾਇਕ ਸੱਚਾ ਨਾਮ ਰੂਪੀ ਸੌਦਾ ਹੈ, ਨਾਨਕ ਘਰ ਪਾਇਆ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਨੇ, ਪੰਜਵਾਂ ਸਰੂਪ ਰਾਜਨ ਸਾਹਿਬ, ਕਿ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚੋਂ ਆਸਾ ਨੇ ਪਾਇਆ। ਉਹ ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਰੂਪ ਘਰ ਦੇ ਅੰਦਰੋਂ ਸੰਗਤ ਰੂਪੀ ਘਰ ਦੇ ਵਿੱਚੋਂ ਸੱਚਾ ਨਾਮ ਦਾ ਖਜ਼ਾਨਾ ਪਾ ਲਿਆ, ਭਾਵ ਪ੍ਰਾਪਤ ਕਰ ਲਿਆ ਹੈ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀ। ਵਿਚਾਰ ਕਰਦੇ ਆ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਸੱਚ ਥਾਨ ਸੱਚ ਬੈਠਕਾ, ਸੱਚ ਸੁਆਉ ਬਣਾਇਆ, ਸੱਚ ਪੂੰਜੀ ਸੱਚ ਵਖਾਰੋ, ਨਾਨਕ ਘਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦਿ।